खुशी सिर्फ है ये कि मैं पंजाबियों को मिलन जा रहा और पूरा ग्रुप आया आस्ट्रेलिया तो दिलों नासर ਉਹਦਾ ਵੀ ਥੋੜੇ ਹੁੰਦੇ ਬਲੌਗ ਟੋਲਟਾ ਬਹੁਤ ਵਧੀਆ ਇੱਥੇ ਟੋਲਟਾ ਬਹੁਤ ਵਧੀਆ ਆ ਮੈਂ ਦੇਖਦੀ ਹਾਂ ਗੁਲਾਮ ਬਾਦਸ਼ਾਹ गुलाम बादशाह ਪਾਕਿਸਤਾਨੀ ਡਰਾਮੇ ਜਿਹੜੇ ਆ ਦੇਰ ਔਨ ਦ ਟੌਪ ਕੋਈ ਤੋੜ ਨਹੀਂ ਨਹੀਂ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ ਤੇ ਬਾਅਦ ਵਿੱਚ ਇਸ ਤਰ੍ਹਾਂ ਦੀ ਲੜਾਈ ਹੁੰਦੀ ਨਾ ਤੇ ਸੱਸ ਕਹਿੰਦੀ ਕਿ ਮੇਰੀ ਕਵਰ 'ਚ ਨਹੀਂ ਇਹਨੂੰ ਪਾਣਾ ਪੰਜਾਬੀ ਦੀ ਗੱਲ ਕਰ ਲਾ ਪੰਜਾਬੀ ਬੋਲਣੀ ਆ ਮੈਂ ਪੰਜਾਬੀ ਵਾਸਤੇ ਹੀ ਇੱਥੇ ਆਇਆ ਕੀ ਚੀਜ਼ ਜਾਪਾਨ ਦੀ ਸਭ ਤੋਂ ਜ਼ਿਆਦਾ ਪਸੰਦ ਆਈ ਹੈ ਇਹਦਾ ਨਾਮ ਹੈ ਸੋਹਣ ਸਿੰਘ ਸੋਹਣ ਸਿੰਘ ਇਹਦਾ ਬਾਬਾ 1895 ਦੇ ਵਿੱਚ ਆਸਟ੍ਰੇਲੀਆ ਗਿਆ ਸੀ ਲੋਕਾਂ ਨੂੰ ਪੰਜਾਬੀ ਦੇ ਵਿੱਚ ਜਾਪਾਨ ਦੇ ਬਾਰੇ ਚ ਦੱਸਣਾ ਇਜਾਜ਼ਤ ਦਿਓ ਬਹੁਤ ਵਧੀਆ ਲੱਗਾ ਅਸਲਾਮ ਵਾਲੇਕੁਮ ਦੋਸਤੋ ਅੱਜ ਦਾ ਸਾਡਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਹੈ ਆਸਟ੍ਰੇਲੀਆ ਤੋਂ ਇੱਕ ਬਹੁਤ ਵੱਡਾ ਪੰਜਾਬੀਆਂ ਦਾ ਗਰੁੱਪ ਆ ਰਿਹਾ ਹੈ ਜਾਪਾਨ ਬਲਕਿ ਆ ਚੁੱਕਿਆ ਹੈ ਤੇ ਉਹ ਗਰੁੱਪ ਜਿਹੜੇ ਮੈਨੇਜ ਕਰ ਰਹੇ ਨੇ ਨਾ ਹੈਪੀ ਸਿੰਘ ਉਹਨਾਂ ਦਾ ਨਾਂ ਹੈ ਉਹਨਾਂ ਨੇ ਬੜੀ ਮੁਹੱਬਤ ਦੇ ਨਾਲ ਮੇਰੇ ਨਾਲ ਰਾਬਤਾ ਕੀਤਾ ਔਰ ਉਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਨਾ ਸਾਨੂੰ ਮਿਲਣਾ ਸਾਨੂੰ ਬਹੁਤ ਖੁਸ਼ੀ ਹੋਏਗੀ ਬਲਕਿ ਤੁਹਾਨੂੰ ਸਾਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਬਹੁਤ ਜ਼ਿਆਦਾ ਜਿਹੜੇ ਲੋਕ ਮੈਨੂੰ ਪਸੰਦ ਨੇ ਏਜਡ ਲੋਕ ਮਤਲਬ ਵੱਡੀ ਉਮਰ ਦੇ ਲੋਕ ਜਿਹੜੇ ਰਿਟਾਇਰਡ ਨੇ ਪੂਰੀ ਜ਼ਿੰਦਗੀ ਜਿਨ੍ਹਾਂ ਨੇ ਗੁਜ਼ਾਰੀ ਹੈ ਪ੍ਰਦੇਸਾਂ ਦੇ ਵਿੱਚ ਨਾ ਔਰ ਪੰਜਾਬੀ ਉਹ ਜਿਹੜੇ ਨੇ ਉਹ ਜਾਪਾਨ ਦੇ ਵਿੱਚ ਨਾ ਆਏ ਨੇ ਸੈਰ ਕਰਨ ਤੇ ਓਸਾਕਾ ਮੇਰੇ ਸ਼ਹਿਰ ਆਏ ਨੇ ਉਹ ਓਸਾਕਾ ਦੇ ਵਿੱਚ ਇੱਕ ਨਾ ਹਰ ਇੱਥੇ ਸ਼ਹਿਰ ਦੇ ਵਿੱਚ ਵੱਡਾ ਕਿਲਾ ਹੁੰਦਾ ਹੈ ਓਸਾਕਾ ਦਾ ਇੱਕ ਕਿਲਾ ਓਸਾਕਾ ਕਿਲਾ ਓਸਾਕਾ ਕੈਸਲ ਉੱਥੇ ਅੱਜ ਉਹਨਾਂ ਨਾਲ ਮੁਲਾਕਾਤ ਡਿਸਾਈਡ ਹੋਈ ਹੈ ਮੈਂ ਤੇ ਮੇਰਾ ਭਾਈ ਅਸੀਂ ਦੋਨੋਂ ਬਾਈਕ ਦੇ ਉੱਤੇ ਜਾ ਰਹੇ ਹਾਂ ਉਹਨਾਂ ਨੂੰ ਮਿਲਣ ਬਸ ਸਾਡੇ ਕੋਲ ਟਾਈਮ ਥੋੜ੍ਹਾ ਹੀ ਹੈ ਅਤੇ ਅਸੀਂ ਆਪਣੇ ਸਫ਼ਰ ਦਾ ਆਗਾਜ਼ ਇੱਥੋਂ ਕਰਾਂਗੇ ਮੇਰਾ ਭਾਈ ਇੱਥੇ ਹੀ ਮੇਰੇ ਘਰ ਦੇ ਕੋਲ ਹੀ ਰਹਿੰਦਾ ਅਤੇ ਮੈਂ ਪਹਿਲੇ ਆਪਣੇ ਭਾਈ ਨੂੰ ਪਿਕ ਕਰਨ ਆਇਆ ਵਾਂ ਹੁਣ ਅਸੀਂ ਜਾ ਰਹੇ ਹਾਂ ਓਸਾਕਾ ਕੈਸਲ ਅਤੇ ਚਲੋ ਚਲੀਏ ਚੱਲ ਬਈ ਬਿਸਮਿਲ੍ਲਾ ਕਰ ਅੱਛਾ ਜਾਪਾਨ ਦੇ ਵਿੱਚ ਪਹਿਲੇ ਹੀ ਬਾਈਕ ਲੋਕ ਨਹੀਂ ਚਲਾਉਂਦੇ ਨਾ ਅਤੇ ਮੈਂ ਬੜੇ ਅਰਸੇ ਬਾਅਦ ਆਪਣੀ ਬਾਈਕ ਦੇ ਪਿੱਛੇ ਕਿਸੇ ਦੇ ਬੈਠਾ ਵਾਂ ਬੜਾ ਮਜ਼ਾ ਆ ਰਿਹਾ ਆਏ ਹਾਏ ਹਾਏ ਠੰਡੀ ਹਵਾ ਮੌਸਮ ਬੜਾ ਖੁੱਲ੍ਹ ਗਿਆ ਕੱਲ੍ਹ ਸਾਰਾ ਦਿਨ ਬਾਰਿਸ਼ ਹੋਈ ਹੈ ਔਰ ਅੱਜ ਵੀ ਸਵੇਰ ਬਾਰਿਸ਼ ਸੀ ਅਤੇ ਹੁਣ ਜਿਹੜਾ ਨਾ ਬੜਾ ਮੌਸਮ ਖੁਸ਼ਗਵਾਰ ਹੋ ਗਿਆ ਆ ਜਾ ਅੰਦਰ ਚਲੀਏ ਨਾ ਕੁਛ ਸ਼ੈ ਲਈਏ ਅੱਛਾ ਜਾਪਾਨ ਦੀ ਇੱਕ ਬੜੀ ਖਾਸ ਰਵਾਇਤ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਪਹਿਲੀ ਦਫਾ ਮਿਲਦੇ ਹੋ ਨਾ ਅਤੇ ਤੁਸੀਂ ਉਹਨਾਂ ਵਾਸਤੇ ਕੋਈ ਨਾ ਕੋਈ ਸੋਵੀਨੀਅਰ ਕੋਈ ਚੀਜ਼ ਲੈ ਕੇ ਜਾਂਦੇ ਹੋ ਇਸ ਚੀਜ਼ ਤੋਂ ਕਤਈ ਨਜ਼ਰ ਕਿ ਉਹ ਚੀਜ਼ ਕੀਮਤੀ ਹੈ ਸਸਤੀ ਹੈ ਮਹਿੰਗੀ ਹੈ ਜਾਂ ਉਹ ਕੀ ਸੋਚੇਗਾ ਬਸ ਤੁਸੀਂ ਕੋਈ ਨਾ ਕੋਈ ਚੀਜ਼ ਲੈ ਕੇ ਜਾਣੀ ਹੈ ਇੱਕ ਅੱਛੇ ਜੈਸਚਰ ਵਾਸਤੇ ਨਾ ਕਿ ਅਗਲੇ ਬੰਦੇ ਨੂੰ ਅੱਛਾ ਲੱਗੇ ਯਾਰ ਕਿ ਮੇਰੇ ਵਾਸਤੇ ਇਹਨੇ ਇਹ ਚੀਜ਼ ਸੋਚੀ ਹੈ ਅਤੇ ਇਸ ਦੀ ਫੀਲਿੰਗ ਪਹੁੰਚਾਉਣ ਵਾਸਤੇ ਮੈਂ ਸੋਚਿਆ ਸੀ ਇਸ ਸਟੋਰ ਤੋਂ ਸਾਨੂੰ ਕੋਈ ਚੀਜ਼ ਮਿਲ ਜਾਏਗੀ ਲੇਕਿਨ ਇੱਥੇ ਕੋਈ ਸਾਨੂੰ ਪਸੰਦ ਦੀ ਚੀਜ਼ ਨਹੀਂ ਮਿਲੀ ਹੁਣ ਕਿਸੇ ਹੋਰ ਦੁਕਾਨ 'ਤੇ ਰੁਕਨੇ ਆ ਚੱਲ ਕੇ ਧਿਆਨ ਨਾਲ ਵੇਖੀਆਂ ਛਿੱਲ ਵੀ ਦਿੰਦੀ ਲੱਤ ਵੀ ਛਿੱਲ ਦਿੰਦੀ ਹੈ ਫੁੱਟ ਰੈਸਟ ਜਿਹੜਾ ਇਹਦਾ ਨਿਕਲਿਆ ਬਾਹਰ ਚੱਲ ਜੇ ਕੋਈ ਰਸਤੇ 'ਚ ਦੁਕਾਨ ਆਈ ਤਾਂ ਰੋਕ ਲਈ ਇਹ ਏਰੀਆ ਮੇਰਾ ਭਾਈ ਇਹਦੇ ਨਾਲ ਫੈਮੀਲੀਅਰ ਹੈ ਇਸ ਏਰੀਏ ਤੋਂ ਨਾ ਅਤੇ ਉਹਨੂੰ ਪਤਾ ਇੱਥੇ ਅੱਗੇ ਇੱਕ ਹੋਰ ਦੁਕਾਨ ਹੈ ਉੱਥੇ ਹੁਣ ਲੈ ਕੇ ਜਾ ਰਿਹਾ ਹੋਰ ਦੁਕਾਨ 'ਤੇ ਦੋਸਤੋ ਬਹੁਤ ਮਜ਼ਾ ਆ ਰਿਹਾ ਪਿੱਛੇ ਬਹਿ ਕੇ ਨਾ ਬਾਈਕ 'ਤੇ ਕਿਆ ਬਾਤ ਹੈ ਲੋ ਜੀ ਸੋਵੀਨੀਅਰ ਦੀ ਦੁਕਾਨ ਆ ਗਈ ਇਹ ਸਾਡੇ ਪਿੱਛੇ ਇੱਥੋਂ ਅਸੀਂ ਕੋਈ ਚੀਜ਼ ਖਰੀਦਦੇ ਹਾਂ ਅਤੇ ਫਿਰ ਚੱਲਦੇ ਹਾਂ ਓਸਾਕਾ ਕੈਸਲ ਇਹ ਦੋਸਤੋ ਇੱਥੇ ਨਾ ਇਸ ਤਰ੍ਹਾਂ ਇਹਨਾਂ ਨੇ ਆਲਰੇਡੀ ਪੈਕ ਕਰਕੇ ਸੋਵੀਨੀਅਰ ਅੱਛੇ ਅੱਛੇ ਰੱਖੇ ਹੁੰਦੇ ਨੇ ਔਰ ਬਾਕਾਇਦਾ ਸੈਂਪਲ ਵੀ ਰੱਖੇ ਹੁੰਦੇ ਨੇ ਕਿ ਅੰਦਰ ਕੀ ਚੀਜ਼ ਹੈ ਅਤੇ ਇੱਥੋਂ ਅਸੀਂ ਕੋਈ ਇੱਕ ਅੱਛਾ ਜਿਹਾ ਸੋਵੀਨੀਅਰ ਖਰੀਦ ਲਵਾਂਗੇ ਦੋਸਤੋ ਸੋਵੀਨੀਅਰ ਮੈਂ ਖਰੀਦ ਲਿਆ ਇੱਥੇ ਤੁਸੀਂ ਛੋਟੀ ਜਿਹੀ ਵੀ ਇੱਕ ਚੀਜ਼ ਖਰੀਦੋ ਨਾ ਸੋਵੀਨੀਅਰ ਦੇ ਤੌਰ ਦੇ ਉੱਤੇ ਅਤੇ ਇਹ ਸਪੈਸ਼ਲ ਇੱਕ ਖਾਸ ਕਿਸਮ ਦਾ ਜੈਪਨੀਜ਼ ਜਿਹੜੇ ਨੇ ਉਹ ਪੈਕਿੰਗ ਦਿੰਦੇ ਨੇ ਤਾਂ ਕਿ ਜਦੋਂ ਬੰਦਾ ਅਗਲੇ ਬੰਦੇ ਨੂੰ ਹੈਂਡ ਓਵਰ ਕਰੇ ਅਤੇ ਇੱਕ ਅੱਛਾ ਇੰਪਰੈਸ਼ਨ ਜਾਵੇ ਇਹ ਪੂਰੇ ਜਾਪਾਨ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਨਾਲ ਦੇ ਨਾਲ ਤੁਹਾਨੂੰ ਕਲਚਰ ਵੀ ਦੱਸਣਾ ਵਾ ਨਾ ਚੱਲ ਬੱਲੇ ਵੀਡੀਓ ਦਾ ਖਾਸ ਮਕਸਦ ਇਹ ਹੀ ਹੈ ਕਿ ਮੈਂ ਤੁਹਾਨੂੰ ਜਾ ਕੇ ਵਿਖਾਵਾਂ ਕਿ ਕਿੱਧਰੋਂ ਕਿੱਥੇ ਕਿਹੜੇ ਦੌਰ ਦੇ ਬੰਦੇ ਆਸਟ੍ਰੇਲੀਆ ਚਲੇ ਗਏ ਔਰ ਉੱਥੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਗੁਜ਼ਾਰੀ ਹੈ ਉੱਥੇ ਉਹਨਾਂ ਦੇ ਬੀਵੀ ਬੱਚੇ ਨੇ ਉੱਥੇ ਹੀ ਉਹਨਾਂ ਨੇ ਬੱਚੇ ਪੈਦਾ ਕੀਤੇ ਉਹਨਾਂ ਦੇ ਬੱਚੇ ਹੁਣ ਆਸਟ੍ਰੇਲੀਅਨ ਨੇ ਲੇਕਿਨ ਇੱਕੋ ਹੀ ਚੀਜ਼ ਸਾਨੂੰ ਇਕੱਠਿਆਂ ਕਰਦੀ ਹੈ ਉਹ ਸਾਡਾ ਕਲਚਰ ਹੈ ਸਾਡੀ ਜ਼ੁਬਾਨ ਹੈ ਪੰਜਾਬੀ ਹੈ ਸਾਰੀਆਂ ਜ਼ੁਬਾਨਾਂ ਦੀ ਇੱਜ਼ਤ ਹੈ ਸਾਰੇ ਜ਼ੁਬਾਨਾਂ ਦੇ ਆਪਣੀ ਪਹਿਚਾਣ ਹੈ ਠੀਕ ਹੈ ਉਹਨਾਂ ਵਿੱਚੋਂ ਇੱਕ ਪੰਜਾਬੀ ਵੀ ਹੈ ਦੈਟਸ ਇਟ ਕੋਈ ਸਪੈਸ਼ਲ ਨਹੀਂ ਅਸੀਂ ਦੋਸਤੋ ਇੱਕ ਹੋਰ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਪੰਜਾਬੀ ਸਿਰਫ ਇੱਕ ਜ਼ਬਾਨ ਨਹੀਂ ਹੈ ਪੰਜਾਬੀ ਇੱਕ ਪੂਰਾ ਕਲਚਰ ਹੈ ਇੱਕ ਆਪਣੇ ਆਪ 'ਚ ਇੱਕ ਪੂਰੀ ਦੁਨੀਆ ਹੈ ਨਸਲਾਂ ਨੇ ਪੂਰੀਆਂ ਔਰ ਪੰਜਾਬ ਬਹੁਤ ਵੱਡਾ ਹੈ ਪੰਜਾਬੀ ਬੋਲਣ ਵਾਲੇ ਬਹੁਤ ਜ਼ਿਆਦਾ ਨੇ ਅਕਸਰ ਲੋਕ ਰਿਕੁਐਸਟ ਕਰਦੇ ਨੇ ਕਿ ਤੁਸੀਂ ਉਰਦੂ 'ਚ ਵੀਡੀਓ ਬਣਾਇਆ ਕਰੋ ਅਤੇ ਮੈਂ ਸਿਰਫ ਇੰਨੀ ਜੀ ਗੱਲ ਕਰਾਂਗਾ ਕਿ ਉਰਦੂ ਬੋਲਣ ਵਾਲੇ ਆਲਰੇਡੀ ਕਰੋੜਾਂ ਬੰਦੇ ਮੌਜੂਦ ਨੇ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਕਿ ਮੇਰੀ ਵੀਡੀਓਜ਼ ਦੇ ਵਿੱਚ ਸਭ ਤੋਂ ਜ਼ਿਆਦਾ ਇਤਰਾਜ਼ ਪਠਾਨ ਭਰਾ ਕਰਦੇ ਨੇ ਜਿਨ੍ਹਾਂ ਦੀ ਆਪਣੀ ਜ਼ੁਬਾਨ ਉਰਦੂ ਨਹੀਂ ਹੈ
ਸਿਰਫ ਇਸ ਵਜ੍ਹਾ ਤੋਂ ਕਿ ਕਹਿੰਦੇ ਨੇ ਕਿ ਸਾਨੂੰ ਉਰਦੂ 'ਚ ਬੋਲੋਗੇ ਤੇ ਸਾਨੂੰ ਵੀ ਸਮਝ 'ਚ ਆਏਗਾ। ਮੈਂ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ, ਇਸ ਚੀਜ਼ ਦੀ ਰਿਸਪੈਕਟ ਕਰਨਾ ਵਾ। ਲੇਕਿਨ ਤੁਸੀਂ ਖੁਦ ਵੇਖੋ ਕਿ ਹੁਣ ਤੇ ਪਠਾਨਾਂ ਨੇ ਪਸ਼ਤੋ 'ਚ ਕੰਟੈਂਟ ਬਣਾਉਣਾ ਸ਼ੁਰੂ ਕੀਤਾ ਹੋਇਆ ਔਰ ਉਹਨਾਂ ਨੂੰ ਅੱਲਾ ਨੇ ਬਹੁਤ ਇੱਜ਼ਤ ਦਿੱਤੀ ਹੈ ਔਰ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਆਪਣੀ ਸੁਸਾਇਟੀ ਦੇ ਵਿੱਚ ਪਹਿਚਾਨ ਬਣਾ ਪਾ ਰਹੇ ਨੇ ਔਰ ਆਪਣੇ ਮਸਲੇ ਹੱਲ ਕਰ ਪਾ ਰਹੇ ਨੇ। ਕਿੰਨੇ ਪਠਾਨ ਭਰਾ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ, ਉਹਨਾਂ ਨੂੰ ਸਲੂਟ ਹੈ ਕਿ ਮਤਲਬ ਫਲਾਹ ਬਹਿਬੂਦ ਦਾ ਕੰਮ ਕਰ ਰਹੇ ਨੇ ਔਰ ਆਪਣੀ ਪਸ਼ਤੋ ਜ਼ੁਬਾਨ 'ਚ ਕਰ ਰਹੇ ਨੇ। ਔਰ ਮੇਰੇ ਖਿਆਲ 'ਚ ਮੇਰੇ ਈਵਨ ਕਿ ਮੈਂ ਆਪਣੇ ਤਜਰਬੇ ਤੋਂ ਕਹਿ ਰਿਹਾ ਕਿ ਉਹਨਾਂ ਦੀ ਉਹ ਪਹਿਚਾਨ ਕਦੀ ਬਾਣੀ ਸੀ ਨਹੀਂ ਸਕਣੀ ਸੀ ਅਗਰ ਉਹ ਆਪਣੀ ਪਸ਼ਤੋ ਦੀ ਜ਼ੁਬਾਨ ਦੇ ਵਿੱਚ ਨਾ ਵੀਡੀਓ ਬਣਾਉਂਦੇ। ਤੇ ਇਸ ਵਜ੍ਹਾ ਤੋਂ ਜਿਹੜੀ ਤੁਹਾਡੀ ਜ਼ੁਬਾਨ ਹੈ ਉਹਦੇ 'ਤੇ ਫਖਰ ਕਰੋ, ਆਪਣੀ ਜ਼ੁਬਾਨ ਨੂੰ ਪ੍ਰੋਮੋਟ ਕਰੋ, ਠੀਕ ਹੈ। ਅਸੀਂ ਆਪਣੇ ਆਪ ਦੇ ਵਿੱਚ ਉਦੋਂ ਸਪੈਸ਼ਲ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਖੁਦ ਪ੍ਰਮੋਟ ਕਰੀਏ। ਤੇ ਮੈਨੂੰ ਆਪਣੇ ਪੰਜਾਬੀ ਹੋਣ ਤੇ ਆਪਣੀ ਪੰਜਾਬੀ ਜ਼ੁਬਾਨ ਬੋਲਣ 'ਤੇ ਫਖਰ ਹੈ। ਮੇਰਾ ਦਾਦਾ ਵੀ ਪੰਜਾਬੀ ਹੈ, ਮੇਰਾ ਬਾਪ ਵੀ ਪੰਜਾਬੀ ਹੈ, ਮੇਰੀ ਮਾਂ ਵੀ ਪੰਜਾਬੀ ਸੀ, ਠੀਕ ਹੈ। ਔਰ ਮੈਂ ਅੱਜ ਜੋ ਵੀ ਹਾਂ ਇਸ ਪੰਜਾਬੀ ਬੋਲਣ ਦੀ ਵਜ੍ਹਾ ਤੋਂ ਹਾਂ। ਜਿਹੜੇ ਬੰਦੇ ਮੈਨੂੰ ਪਸੰਦ ਕਰਦੇ ਨੇ, ਮੇਰੇ ਨਾਲ ਜੁੜਦੇ ਨੇ ਔਰ ਜਿਨ੍ਹਾਂ ਨੇ ਤੁਹਾਨੂੰ ਪਸੰਦ ਕਰਨਾ ਉਹਨਾਂ ਨੇ ਤੁਹਾਨੂੰ ਐਜ਼ ਇਟ ਇਜ਼ ਪਸੰਦ ਕਰਨਾ ਜਿਸ ਤਰ੍ਹਾਂ ਤੁਸੀਂ ਹੋ। ਕਿੰਨੇ ਪੰਜਾਬੀ ਨਾ ਬੋਲਣ ਵਾਲੇ ਬੰਦੇ ਜਿਹੜੇ ਨੇ ਉਹ ਮੈਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਨੇ। ਇਹੋ ਜਿਹੇ ਕਮੈਂਟ ਮੈਂ ਪੜ੍ਹ ਕੇ ਬੜੀ ਖੁਸ਼ੀ ਹੁੰਦੀ। ਉਹ ਕਹਿੰਦੇ ਨੇ ਕਿ ਸਾਨੂੰ ਸਮਝ ਜ਼ਿਆਦਾ ਨਹੀਂ ਆਉਂਦਾ ਲੇਕਿਨ ਇਹ ਕਿ ਮਜ਼ਾ ਬੜਾ ਆਉਂਦਾ। ਇਸ ਵਜ੍ਹਾ ਤੋਂ ਮਹਿਸੂਸ ਕਰਿਆ ਕਰੋ ਪੰਜਾਬੀ ਜ਼ੁਬਾਨ ਇੰਨੀ ਵੀ ਮੁਸ਼ਕਿਲ ਨਹੀਂ ਹੈ। ਤਾਂ ਅਗਰ ਤੁਹਾਨੂੰ ਉਰਦੂ ਆਉਂਦੀ ਹੈ, ਹਿੰਦੀ ਆਉਂਦੀ ਹੈ ਨਾ, ਤੇ ਤੁਸੀਂ ਥੋੜ੍ਹੀ ਜਿਹੀ ਸਟਰਗਲ ਕਰਕੇ ਪੰਜਾਬੀ ਨੂੰ ਸਮਝ ਸਕਦੇ ਹੋ। ਖੁਸ਼ੀ ਸਿਰਫ ਇਹ ਹੀ ਹੈ ਕਿ ਮੈਂ ਪੰਜਾਬੀਆਂ ਨੂੰ ਮਿਲਣ ਜਾ ਰਿਹਾ ਔਰ ਪੂਰਾ ਗਰੁੱਪ ਆਇਆ ਆਸਟ੍ਰੇਲੀਆ ਤੋਂ। ਕੈਸਾ ਲੱਗੇਗਾ ਇਹ ਤਾਂ ਹੁਣ ਜਾ ਕੇ ਹੀ ਪਤਾ ਲੱਗੇਗਾ। ਬਸ ਅਸੀਂ ਰਸਤੇ ਵਿੱਚ ਹਾਂ, ਪਹੁੰਚਣ ਵਾਲੇ ਹਾਂ ਬਸ ਅਸੀਂ ਨਾ ਅਨਕਰੀਬ। ਰਸਤੇ ਵਿੱਚ ਮੈਂ ਥੋੜ੍ਹੇ ਸ਼ਾਰਟਸ ਮੋਬਾਈਲ ਤੋਂ ਵੀ ਲੈ ਰਿਹਾ। ਇਹ ਇਸ ਟਾਈਮ ਮੈਂ ਆਪਣਾ ਐਕਸ਼ਨ ਕੈਮਰਾ ਇਸਤੇਮਾਲ ਕਰ ਰਿਹਾ। ਨਾਲ ਤੁਹਾਨੂੰ ਮੈਂ ਵੀ ਦੱਸਦਾ ਰਹਿੰਦਾ ਕਿ ਮੈਂ ਕੈਮਰਾ ਕਿਹੜਾ ਇਸਤੇਮਾਲ ਕਰ ਰਿਹਾ। ਤੁਸੀਂ ਸਵਾਲ ਕਰਦੇ ਹੋ, ਲੋਕਾਂ ਦੇ ਸਵਾਲ ਮੇਰੇ ਜ਼ਿਹਨ 'ਚ ਹੁੰਦੇ ਨੇ। ਬਾਕੀ ਮੋਟਰਸਾਈਕਲ ਦੇ ਚੱਸ ਆ ਰਹੀ ਹੈ ਨਾ ਡਰਾਈਵਰ ਦੇ ਨਾਲ, ਉਹਦਾ ਆਪਣਾ ਹੀ ਮਜ਼ਾ ਹੈ। ਹੁਣ ਅਸੀਂ ਮੇਨ ਓਸਾਕਾ ਪਹੁੰਚ ਗਏ ਹਾਂ। ਵੇਖ ਰਹੇ ਹੋ ਵੱਡੀਆਂ ਬਿਲਡਿੰਗਸ ਔਰ ਨਜ਼ਾਰੇ। ਜਾਪਾਨ ਦੇ ਵਿੱਚ ਹਰ ਸ਼ਹਿਰ ਦੇ ਬੀਚੋ ਬੀਚ ਯਾਨੀ ਕਿ ਸੈਂਟਰ ਦੇ ਵਿੱਚ ਕੈਸਲ ਹੁੰਦਾ, ਜਿਹੜੀ ਕਿ ਕਿਲਾ ਜਿਹਨੂੰ ਆਖਦੇ ਨੇ, ਕਿਲਾ ਤੇ ਉਹਦੇ ਇਰਦ ਗਿਰਦ ਪੂਰਾ ਸ਼ਹਿਰ ਜਿਹੜਾ ਨਾ ਉਹ ਹੁੰਦਾ। ਇਹਨਾਂ ਜਗ੍ਹਾ ਦੇ ਉੱਤੇ ਮੈਂ ਫੂਡ ਡਿਲੀਵਰੀਆਂ ਵੀ ਕਰਦਾ ਰਿਹਾ। ਘਰੋਂ ਬਹੁਤ ਦੂਰ ਆ ਜਾਂਦਾ ਸਾਂ ਜਦੋਂ ਮੈਨੂੰ ਏਰੀਆ ਦਾ ਪਤਾ ਨਹੀਂ ਸੀ ਨਾ ਹੁੰਦਾ। ਹੁਣ ਤਾਂ ਮੈਂ ਘਰ ਦੇ ਕੋਲ ਹੀ ਰਹਿਣਾ। ਪਹਿਲੇ ਮੈਂ ਬੜੀ ਦੂਰ ਆ ਜਾਂਦਾ ਸਾਂ। ਇਸ ਵਜ੍ਹਾ ਤੋਂ ਇਹ ਸਾਰਾ ਇਲਾਕਾ ਮੈਂ ਮਤਲਬ ਫੈਮੀਲੀਅਰ ਹਾਂ। ਇਸ ਬਿਲਡਿੰਗ 'ਚ ਫਿਲੀਪੀਨ ਦਾ ਕੌਂਸੂਲੇਟ ਹੈ ਜਿੱਥੋਂ ਅਸੀਂ ਵੀਜ਼ਾ ਲਵਾਇਆ ਸੀ ਫਿਲੀਪੀਨ ਦਾ। ਦੋਸਤੋ ਮੈਂ ਆ ਰਿਹਾ ਪਾਕਿਸਤਾਨ, ਸ੍ਰੀਲੰਕਾ, ਪਾਕਿਸਤਾਨ ਤੇ ਚਾਈਨਾ, 3 ਮੁਲਕਾਂ ਦਾ ਟੂਰ ਹੈ। 3 ਮੁਲਕਾਂ ਦੀ ਸੈਰ ਕਰਨੀ ਹੈ। ਮੌਸਮ ਬਹੁਤ ਹੀ ਪਿਆਰਾ ਹੈ ਯਾਰ, ਅੱਜ ਬੜਾ ਹੀ ਮਜ਼ਾ ਆ ਰਿਹਾ, ਯਕੀਨ ਕਰੋ। ਕਿਆ ਬਾਤ ਹੈ। ਅਸੀਂ ਪਹੁੰਚ ਗਏ ਹਾਂ ਓਸਾਕਾ ਕੈਸਲ। ਮਹਿਮਾਨਾਂ ਤੋਂ ਪਹਿਲੇ ਹੀ ਅਸੀਂ ਪਹੁੰਚ ਗਏ ਹਾਂ। ਵੈਸੇ ਮੇਜ਼ਬਾਨ ਤੇ ਮੈਂ ਵੀ ਨਹੀਂ, ਮੇਜ਼ਬਾਨੀ ਉਹਨਾਂ ਦਾ ਕੋਈ ਹੋਰ ਹੀ ਕਰ ਰਿਹਾ। ਉਹਨਾਂ ਨੇ ਆਪਣਾ ਟੂਰ ਵਗੈਰਾ ਪੂਰਾ ਮੈਨੇਜ ਕੀਤਾ ਹੋਇਆ, ਗਾਈਡ ਵਗੈਰਾ ਹਾਇਰ ਕੀਤਾ ਹੋਇਆ ਸਾਰਾ। ਤੇ ਮੈਂ ਬਸ ਸਿਰਫ ਉਹਨਾਂ ਨਾਲ ਇੱਕ ਮੁਲਾਕਾਤ ਕਰਨੀ ਹੈ। ਉਸ ਤੋਂ ਬਾਅਦ ਫਿਰ ਮੈਂ ਆਪਣੇ ਘਰ ਵਾਪਸ ਚਲਾ ਜਾਵਾਂਗਾ। ਉਹ ਆਪਣੇ ਟੂਰ ਨੂੰ ਕੰਟੀਨਿਊ ਕਰ ਲੈਣਗੇ। Hello. ਲੋ ਦੋਸਤੋ, ਇਹ ਜੇ ਓਸਾਕਾ ਕੈਸਲ। ਇੱਥੇ ਅਸੀਂ ਆ ਗਏ ਹਾਂ ਤੇ ਉਹ ਅੰਦਰ ਨੇ ਹਲੇ ਨਾ, ਉਹਨਾਂ ਨੇ ਹਲੇ ਬਾਹਰ ਨਿਕਲਣਾ ਤੇ ਇੱਥੇ ਅਸੀਂ ਖੜੇ ਹੋ ਕੇ ਉਹਨਾਂ ਦਾ ਵੇਟ ਕਰਨੇ ਆ। ਤੇ ਵੇਖੋ ਕਿੰਨਾ ਜ਼ਿਆਦਾ ਰਸ਼ ਹੈ ਔਰ ਇੱਥੇ ਇੰਡੀਅਨਸ, ਬਹੁਤ ਜ਼ਿਆਦਾ ਇੰਡੀਅਨਸ ਆਏ ਹੋਏ ਨੇ ਤੇ ਸਾਨੂੰ ਅਗਲੇ ਵੀਜ਼ਾ ਹੀ ਨਹੀਂ ਦਿੰਦੇ ਹੈ। ਇੱਥੇ ਇੰਜ ਲੱਗ ਰਿਹਾ ਜਿਵੇਂ ਕਿ ਇੰਡੀਆ ਆ ਗਏ ਆ, ਇੰਨਾ ਇੰਡੀਅਨ ਹੈ। ਵੇਖ ਲਿਆ ਉਹਨਾਂ ਨੂੰ ਮੈਂ। ਜੀ ਭਾਜੀ ਕੀ ਹਾਲ ਹੈ? ਠੀਕ ਹੋ? ਬਹੁਤ ਵਧੀਆ, ਤੁਸੀਂ ਸੁਣਾਓ ਕਿੱਦਾਂ? ਠੀਕ ਠਾਕ ਹੋ? ਜੀ ਲਾਹੌਰ ਤੋਂ। ਜੀ ਸਤਿ ਸ੍ਰੀ ਅਕਾਲ। ਥੋੜਾ ਲਾਹੌਰ ਵੀ ਦੇਖ ਲਿਆ ਸੀ ਪਿਛਲੇ 2 ਸਾਲ। ਅੱਛਾ, ਲਾਹੌਰ ਦੇਖ ਲਿਆ ਤੁਸੀਂ ਆਪਣੇ ਲੋ ਭਾਜੀ। ਉਹ ਵੀ ਸਾਡੇ ਅੰਮ੍ਰਿਤਸਰ ਵਾਂਗ ਧੁੰਦਲਾ ਸੀਗਾ। ਇਹ ਲਾਈਕ ਜੈਪਨੀਜ਼ ਕਲਚਰ ਹੈ। ਮਤਲਬ ਜਦੋਂ ਕਿਸੇ ਨੂੰ ਮਿਲੀਦਾ ਤੇ ਉਹਨੂੰ ਕੋਈ ਚੀਜ਼
सोवीनियर के तौर पे दे दी है। कैसा लगा जापान? ਇਹਦੇ ਗੰਦ ਨਹੀਂ ਤੁਸੀਂ ਪਾਉਂਦੇ ਗੰਦ ਨਹੀਂ ਕਹੇ ਪਾਉਂਦੇ गंद बस ਆਪਣੇ ਮੁਲਕ ਆਂਗਰ अपना गंद घर लैके जाओ ਸਹੀ ਇੱਥੇ ਕਰਦੇ ਤੇ ਘਰ ਜਾ ਕੇ ਉਹਨੂੰ ਸੌਰਟ ਆਊਟ ਕਰੋ, ਫਿਰ ਤੁਸੀਂ ਅਲੱਗ-ਅਲੱਗ ਕਰਕੇ ਤੇ ਉਹਨੂੰ ਸੁੱਟਣਾ ਹੁੰਦਾ ਹੈ। ਬਹੁਤ ਵਧੀਆ ਵੈਰੀ ਨਾਈਸ ਜੀ ਮੈਂ ਪਾਕਿਸਤਾਨ ਲਾਹੌਰ ਤੋਂ ਹਾਂ ਤੇ ਇੱਥੇ ਜਾਪਾਨ 'ਚ ਰਹਿੰਦੇ ਹੋਏ 8 ਸਾਲ ਹੋ ਗਏ ਨੇ। ਮੈਂ ਵੀਡੀਓਜ਼ ਵਗੈਰਾ ਵੀ ਬਣਾਉਣਾ ਵਾਂ ਪਿਛਲੇ 4-5 ਸਾਲ ਤੋਂ। ਪੰਜਾਬੀ ਮੇਰਾ ਮੇਨ ਯਾਨੀ ਕਿ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ, ਆਪਣੇ ਪੰਜਾਬੀ ਕਲਚਰ ਦੇ ਵਿੱਚ ਲੋਕਾਂ ਨੂੰ ਪੰਜਾਬੀ ਦੇ ਵਿੱਚ ਜਾਪਾਨ ਦੇ ਬਾਰੇ 'ਚ ਦੱਸਣਾ। ਤੇ ਸ਼ੁਰੂ ਥੋੜੀ ਮੁਸ਼ਕਲ ਹੋਈ ਹੈ, ਲੋਕਾਂ ਨੂੰ ਪੰਜਾਬੀ ਕ੍ਰੀਏਟਰਸ ਕਾਫੀ ਘੱਟ ਨੇ। ਫਿਰ ਪੰਜਾਬੀ ਜੁੜਨਾ ਸ਼ੁਰੂ ਹੋਏ ਤੇ ਫਿਰ ਹੁਣ ਮੇਰੀ ਇੱਕ ਪਹਿਚਾਣ ਹੈ ਪੰਜਾਬੀ। ਤੇ ਅੱਜ ਪੰਜਾਬੀ ਦੀ ਵਜ੍ਹਾ ਤੋਂ ਹੀ ਹੈਪੀ ਸਾਹਿਬ ਨੇ ਮੇਰੇ ਨਾਲ ਰਾਬਤਾ ਕੀਤਾ ਤੇ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਮੁਲਾਕਾਤ। ਲੱਭਣਾ ਕਿੱਦਾਂ ਫਿਰ YouTube ਤੇ ਮੇਰਾ ਨਾਮ ਹੈ ਵਨ ਲਾਈਫ ਵਿਦ ਸ਼ੁਏਬ। ਪੰਜਾਬ ਹੈ ਪੂਰਾ ਇਕੱਠਾ ਹੋਇਆ ਇੱਥੇ ਤੇ ਅੱਜ ਦੋਨੋਂ ਪੰਜਾਬ ਇਕੱਠੇ ਨੇ। ਚੜਦਾ ਪੰਜਾਬ ਲੈਂਦਾ ਪੰਜਾਬ ਸਭ ਇੱਥੇ ਇਹ ਮੇਰਾ ਛੋਟਾ ਭਾਈ ਹੈ ਅੱਛਾ ਓਕੇ ਜੀ। ਸਾਨੂੰ ਇੱਕ ਹੋਰ ਕਾਇਓਟਾ ਵਿੱਚ ਵੀ ਇੱਕ ਪਾਕਿਸਤਾਨੀ ਮੁੰਡਾ ਮਿਲਿਆ। ਅੱਛਾ, ਪਾਕਿਸਤਾਨ ਦੇ ਸ਼ਹਿਰਾਂ ਦੇ ਵਿੱਚੋਂ ਸਿਆਲਕੋਟ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਜ਼ਿਆਦਾ ਪਾਕਿਸਤਾਨੀ ਨੇ। ਸਿਆਲਕੋਟ ਤੋਂ ਠੀਕ ਜੀ। ਤੁਸੀਂ ਕਿੱਧਰੋਂ ਇੰਡੀਆ ਤੋਂ ਫਿਰ ਆਸਟ੍ਰੇਲੀਆ ਚਲੇ ਗਏ, ਫਿਰ ਇੱਥੇ ਜਾਪਾਨ ਜੇ ਮੁਲਕ 'ਚ ਜਿਹੜਾ ਕਿ ਟੋਟਲੀ ਆਈਸੋਲੇਟਿਡ ਕੰਟਰੀ ਹੈ। ਇੱਥੇ ਮਤਲਬ ਫੋਰਨਰਸ ਨਾ ਦੇ ਬਰਾਬਰ ਸਨ ਨਾ, ਪੁਰਾਣੀ ਹਿਸਟਰੀ ਵੇਖੋ ਤੇ ਅਸੀਂ ਇੱਧਰ ਮਿਲ ਗਏ ਆ ਇਸ ਤਰ੍ਹਾਂ ਟੂਰਿਜ਼ਮ ਬਹੁਤ ਇੱਥੇ ਲੋਕੀ ਬਹੁਤ ਆਉਂਦੇ ਬਹੁਤ ਜ਼ਿਆਦਾ। ਇੱਥੇ ਤੁਹਾਨੂੰ 90 ਤੇ ਵੀਤਨਾਮ ਹੋਈ ਬਹੁਤ ਹੈ 90% ਤੁਹਾਨੂੰ ਇੱਥੇ ਜੈਪਨੀਜ਼ ਮਿਲ ਆਪਣਾ ਫੋਰਨਰਸ ਮਿਲਣਗੇ ਇਸ ਏਰੀਆ ਦੇ ਵਿੱਚ। ਨਹੀਂ ਬਹੁਤ ਲੋਕੀ ਟੂਰਿਜ਼ਮ ਆ ਰਿਹਾ। ਜਦੋਂ ਅਸੀਂ ਟੋਕੀਓ 'ਚ ਆਏ ਵੀ ਆ ਨਾ ਤੇ ਸਾਨੂੰ ਬਾਹਰ ਨਿਕਲਣ ਨੂੰ ਕੋਈ 1.5 ਘੰਟਾ ਲੱਗ ਗਿਆ ਹੋਣਾ। ਇੰਨੀਆਂ ਫਲਾਈਟਸ ਲੈਂਡ ਇੰਨੀ ਹੋਈਆਂ ਪਬਲਿਕ 에ਅਰਪੋਰਟ ਅਸੀਂ ਕਿਤੇ ਨਹੀਂ ਦੇਖੀ ਅੱਛਾ ਜਿੰਨੀ ਟੋਕੀਓ ਤੇ ਪਹਿਲੀ ਵਾਰੀ। ਓ ਵਾਓ। ਹਾਂ ਹਾਂਜੀ, ਬਾਜ਼ ਔਕਾਤ ਓਵਰ ਟੂਰਿਜ਼ਮ ਵੀ ਫੇਸ ਕਰਨਾ ਪੈਂਦਾ ਜਾਪਾਨ ਨੂੰ। ਹਾਂਜੀ ਆ ਬੈਠੇ ਸਾਡੇ ਹੋਰ ਬੰਦੇ। ਆ ਸਾਡੇ ਹੋਰ ਪੰਜਾਬੀ ਬੈਠੇ ਆ ਜੀ ਹਾਂਜੀ ਆਹ ਦੇਖੋ। ਇਹਨਾਂ ਨੂੰ ਵੀ ਫੜ ਲਓ ਅੱਛਾ ਭਾਜੀ ਸਮਾਈਲ ਇਫ ਯੂ ਕੈਨ ਜੀ ਸਰ, ਸਤਿ ਸ਼੍ਰੀ ਅਕਾਲ। ਸ਼ੋਇਬ ਹੈ ਲਾਹੌਰ ਤੋਂ। ਇਹ ਤੇ ਜਾਪਾਨ 'ਚ ਰਹਿੰਦਾ ਤੇ ਯੂਟਿਊਬਰ ਹੈ। ਇਹਦਾ ਨਾਮ ਹੈ ਸੋਹਣ ਸਿੰਘ। ਸੋਹਣ ਸਿੰਘ। ਇਹਦਾ ਬਾਬਾ 1895 ਦੇ ਵਿੱਚ ਆਸਟ੍ਰੇਲੀਆ ਗਿਆ ਸੀ। ਅੱਛਾ 1895 ਮੇਰੀ ਵਾਈਫ ਦਾ ਬਾਬਾ ਵੀ ਮੇਰੇ ਜਮਨ ਤੋਂ 100 ਸਾਲ ਪਹਿਲੇ। ਮੇਰੀ ਵਾਈਫ ਦਾ ਬਾਬਾ ਵੀ 1895 ਦੇ ਵਿੱਚ ਗਿਆ। ਵਾਓ। ਜਿਹੜੀ ਉਹ ਤੋਂ ਥੋੜੇ ਜਿਹੇ ਸੀਗੇ ਬਜ਼ੁਰਗ ਆਪਣੇ ਤਾਂ ਫਿਰ ਬਹੁਤ ਚਿਰ ਕੋਈ 4-5 ਹਜ਼ਾਰ ਪੰਜਾਬੀ ਰਹਿੰਦਾ ਰਿਹਾ ਉੱਥੇ ਆਸਟ੍ਰੇਲੀਆ ਦੇ ਵਿੱਚ। ਅੱਛਾ। ਤਾਂ ਹੁਣ ਲੇਟਲੀ 95 ਤੋਂ ਲੈ ਕੇ ਫਿਰ ਸਟੂਡੈਂਟ ਜਾਣੇ ਸ਼ੁਰੂ ਹੋਏ ਆ ਤੇ ਪੰਜਾਬੀਆਂ ਦੀ ਆਬਾਦੀ ਵਧੀ ਹੈ। ਔਰ ਹੁਣ ਤਾਂ ਸੁੱਖ ਨਾਲ ਅਸੀਂ ਮੇਰੇ ਖਿਆਲ ਦੇ ਵਿੱਚ ਕੋਈ 2-2.5 ਲੱਖ ਦੇ ਲਾਗੇ ਉੱਤੇ ਹੋ ਗਿਆ ਅੱਛਾ 2-2.5 ਲੱਖ ਪੰਜਾਬੀ। ਵਾਓ। ਆਸਟ੍ਰੇਲੀਆ ਦੇ ਵਿੱਚ। ਓਕੇ। ਮਤਲਬ ਇੱਥੇ ਐਜ਼ ਅ ਇੱਥੇ ਇੰਡੀਅਨ ਜਿਹੜੇ ਨੇ ਜਾਪਾਨ 'ਚ ਤਕਰੀਬਨ ਲੱਖ ਦੇ ਕੋਲ ਨੇ। ਠੀਕ ਇੰਡੀਅਨਸ ਜਿਹੜੇ ਨੇ। ਪੰਜਾਬੀ ਤੇ ਬਹੁਤ ਘੱਟ ਨੇ ਔਰ ਪਾਕਿਸਤਾਨ ਤੋਂ ਤਕਰੀਬਨ 30 ਤੋਂ 35 ਹਜ਼ਾਰ ਪਾਕਿਸਤਾਨੀ ਨੇ ਜਿਹਦੇ 'ਚ ਉਰਦੂ ਸਪੀਕਿੰਗ ਵੀ ਨੇ, ਪਠਾਨ ਭਰਾ ਵੀ ਨੇ, ਪੰਜਾਬੀ ਵੀ ਨੇ। ਜ਼ਿਆਦਾ ਪੰਜਾਬੀ ਹੀ ਨੇ ਪਾਕਿਸਤਾਨੀ ਕਮਿਊਨਿਟੀ ਦੇ, ਜ਼ਿਆਦਾ ਜਾਪਾਨ 'ਚ ਪੰਜਾਬੀ ਹੀ ਨੇ। ਪੰਜਾਬੀਆਂ ਨੂੰ ਚਲੋ ਹਾਂਜੀ ਤੁਸੀਂ ਪੰਜਾਬੀਆਂ ਨੂੰ ਹੈ ਵੀ ਸਾਰੀ ਦੁਨੀਆ ਨੂੰ ਘਾਉਣਾ, ਹਰ ਥਾਂ ਚੈੱਕ ਕਰਨਾ। ਅਸੀਂ ਐਕਸਪਲੋਰਰ ਆ। ਪੰਜਾਬੀ ਤੇ ਫਿਰ ਹਰ ਥਾਂ ਹੀ ਨੇ ਨਾ। ਇਹ ਤਾਂ ਪੰਜਾਬੀ ਜਿੱਦਾਂ ਕਹਿੰਦੇ ਨਾ ਬਈ ਜਿੱਥੇ ਮਰਜ਼ੀ ਚਲੇ ਜਾਓ ਉੱਥੇ ਹੋਊਗਾ। ਹਾਂ ਮੈਂ ਅਜੇ ਵੇਖਦਾ ਪਿਆ ਸਾਂ, ਮੇਰਾ ਦਿਲ ਹੈ ਕਿ ਮੈਂ ਅਗਰ ਮੈਨੂੰ ਵੀਜ਼ਾ ਬੜਾ ਮੁਸ਼ਕਿਲ, ਮੈਂ ਸਰਚ ਕੀਤਾ ਇੰਡੀਆ ਦੀ ਐਮਬੈਸੀ ਨਾ, ਪਾਕਿਸਤਾਨ ਦਾ ਨਾਂ ਹੀ ਨਹੀਂ ਹੈਗਾ ਉਹਦੇ ਵਿੱਚ। ਮਤਲਬ ਫਿਜ਼ੀਕਲੀ ਪਰਸਨਲੀ ਜਾ ਕੇ ਪਰਸਨਲੀ ਐਮਬੈਸੀ ਜਾਣਾ ਪੈਂਦਾ ਤੇ ਬਹੁਤ ਜ਼ਿਆਦਾ ਫਿੰਗਰਪ੍ਰਿੰਟ ਤੇ ਇਹ ਤੇ ਉਹ ਕਰਨੇ ਪੈਂਦੇ ਨੇ। ਲੇਕਿਨ ਮੇਰਾ ਘਰ ਵੀ ਉੱਥੇ ਬਾਰਡਰ ਦੇ ਕੋਲ ਹੀ ਨਾ ਵਾਗੇ। ਤੇ ਮੇਰਾ ਦਿਲ ਕੀਤਾ ਕਿ ਮੈਂ ਨਾ ਬਾਰਡਰ ਕ੍ਰਾਸ ਕਰਕੇ ਇੰਡੀਆ ਜਾਵਾਂਗਾ। ਮੈਂ ਥੋੜਾ ਜਿਹਾ ਮੈਪ ਵੇਖਿਆ ਤੇ ਹਲੇ ਨਿਕਲਿਆ ਹੀ ਆ ਤੇ ਸਾਹਮਣੇ ਹੋਟਲ ਮਿੱਤਰਾਂ ਦਾ ਢਾਬਾ। ਉਹ ਵੇਖ ਕੇ ਨਾ ਮੇਰੇ ਦਿਲ 'ਚ ਕੁਝ ਹੋਇਆ। ਮੈਂ ਕਿਹਾ ਇੰਜ ਮੈਂ ਨਿਕਲਾਂ ਤੇ ਉੱਥੇ ਉਧਰੋਂ ਮੈਪ ਵੇਖਿਆ ਤੇ ਰੋਟੀ ਤੇ ਮੱਖਣ ਤੇ ਇਹ ਤੇ ਉਹ ਚੱਲਣ ਡਿਆ। ਇੱਥੇ ਜਾਪਾਨ ਦੇ ਵਿੱਚ ਉਹਨੀ ਇਹਨਾਂ ਚੀਜ਼ਾਂ ਦੀ ਬੜੀ ਕਮੀ ਹੈ। ਹਾਂ ਨਹੀਂ ਇਹ ਅਸੀਂ ਦੇਖਿਆ ਇੱਥੇ 2019 ਦੇ ਵਿੱਚ। ਤਾਂ ਅਸੀਂ ਕਾਫੀ ਵੱਡਾ ਗਰੁੱਪ ਸੀ ਤੇ ਅਸੀਂ ਉਦੋਂ ਪਹਿਲੀ ਵਾਰੀ ਪਾਕਿਸਤਾਨ ਗਏ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ। ਬਹੁਤ ਜ਼ਿਆਦਾ ਇੰਨਾ ਪਿਆਰ ਮਿਲਿਆ ਅਸੀਂ ਦੱਸ ਨਹੀਂ ਸਕਦੇ। ਲੋਕੀ ਸਾਡੀਆਂ ਦਸਤਾਰਾਂ ਦੇਖ ਕੇ ਦੂਰੋਂ ਭੱਜ ਕੇ ਆਉਂਦੇ ਸੀ ਵੀ ਸਾਡੇ ਨਾਲ ਗੱਲ ਕਰਨੀ। ਅਸੀਂ ਬਹੁਤ ਪਿਆਰ ਕਰਨ ਵਾਲੇ ਬੰਦੇ ਹੈਗੇ ਜੀ। ਕਿ ਹੁਣ ਜਿਹੜੇ ਇਨਫਲੂਐਂਸਰਸ ਨੇ ਜਿਹੜੇ ਪੂਰੀ ਦੁਨੀਆ ਤੋਂ ਜਾਂਦੇ ਨੇ ਨਾ ਗੋਰੇ, ਉਹਨਾਂ ਦਾ ਕੋਈ ਚੈਨਲ ਨਾ ਚੱਲਦਾ ਹੋਏ ਤਾਂ ਇੰਡੀਆ ਤੇ ਪਾਕਿਸਤਾਨ ਦੋ ਮੁਲਕਾਂ ਦਾ ਰੁੱਖ ਕਰਦੇ ਨੇ। ਔਰ ਉਹਨਾਂ ਦਾ ਮੇਨ ਥੀਮ ਇਹ ਹੁੰਦਾ ਹੌਸਪਿਟੈਲਿਟੀ। ਔਰ ਰੈਂਡਮਲੀ ਕੋਈ ਬੰਦਾ ਆਂਦਾ ਹੈ, ਉਹਨਾਂ ਦਾ ਕੋਈ ਬਿੱਲ ਦੇ ਜਾਂਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਤੇ ਕੋਈ ਦੇ ਗਿਆ ਬਿੱਲ।
ਔਰ ਜਿਨ੍ਹਾਂ ਨੇ ਕਦੀ ਨਹੀਂ ਵੇਖਿਆ ਹੁੰਦਾ ਉਹ ਯਕੀਨ ਨਹੀਂ ਕਰਦੇ। ਨਹੀਂ ਕਰਦੇ। ਅਸੀਂ ਕਈ ਥਾਵਾਂ ਤੇ ਜਾ ਕੇ ਖਾਧਾ ਪੀਤਾ ਹੈ ਤੇ ਸਾਡੇ ਤੋਂ ਪੈਸੇ ਨਹੀਂ ਲੈਂਦੇ। ਨਹੀਂ, ਹਕੀਕਤ ਹੈ। ਮਹਿਮਾਨ ਤੁਹਾਡੇ ਤੋਂ ਪੈਸੇ ਅਸੀਂ ਕਿੱਦਾਂ ਲੈ ਲਈਏ? ਅਸੀਂ ਜ਼ੋਰ ਵੀ ਲਾਉਂਦੇ ਸੀ ਕਿ ਨਹੀਂ, ਬਿਲਕੁਲ ਬਿਲਕੁਲ ਬਿਲਕੁਲ। ਮਹਿਮਾਨ ਨਵਾਜ਼ੀ ਉਹਨਾਂ ਨੇ ਕੀਤੀ। ਬਹੁਤ ਖੁਸ਼ੀ ਆ ਵੀ ਤੁਹਾਨੂੰ ਮਿਲ ਕੇ ਇੱਥੇ ਜਾਪਾਨ ਦੇ ਵਿੱਚ। ਨਹੀਂ ਸਰ, ਮੈਨੂੰ ਬਹੁਤ ਅੱਛਾ ਲੱਗਿਆ। ਮੈਨੂੰ ਚੇਤਾ, ਮੈਂ ਈਵਨ ਕਿ ਪਾਕਿਸਤਾਨ ਜਾਣਾ ਸੀ ਤੇ ਮੈਂ ਤੁਹਾਡੇ ਇਸ ਮਿਲਣ ਦੀ ਵਜ੍ਹਾ ਤੋਂ ਮੈਂ ਯਾਨੀ ਕਿ ਟਿਕਟ ਜਿਹੜੀ ਹੈ ਇਦੋਂ ਬਾਅਦ ਦੀ ਕਰਾ ਲਈ। ਮਤਲਬ ਮੈਂ ਪਾਕਿਸਤਾਨ ਜਾਣਾ ਸੀ, ਹੋਰ ਵੀ ਇੱਕ ਦੋ ਛੋਟੀਆਂ ਵਜੂਹਾਤ ਐ ਸਨ, ਲੇਕਿਨ ਮੈਂ ਜਾ ਸਕਣਾ ਸਾਂ। ਲੇਕਿਨ ਇਹ ਵੀ ਇੱਕ ਮੇਨ ਵਜ੍ਹਾ ਸੀ ਉਹਨਾਂ ਵਜੂਹਾਤ ਦੇ ਵਿੱਚੋਂ ਕਿ ਮੈਂ ਜਿਹੜਾ ਕਿ ਹੁਣ 2 ਹਫ਼ਤੇ ਬਾਅਦ ਜਾਵਾਂਗਾ ਪਾਕਿਸਤਾਨ। ਸਾਡੇ ਗਰੁੱਪ ਦੇ ਨਾਲ। ਵਾਹ ਜੀ ਵਾਹ, ਹਾਂਜੀ ਸਾਰੇ ਜਣੇ। ਸਤਿ ਸ੍ਰੀ ਅਕਾਲ ਜੀ। ਇਹ ਮੁੰਡਾ ਸ਼ੋਇਦ ਹੈ, ਇਹ ਲਾਹੌਰ ਤੋਂ ਆ, ਯੂਟਿਊਬਰ ਹੈ। ਹਾਂਜੀ ਜੀ। ਤੇ ਹੁਣ ਤੁਹਾਨੂੰ ਇਹਨੇ ਸਾਰੀ ਦੁਨੀਆ ਦੇ ਵਿੱਚ ਖਿਲਾਰ ਦੇਣਾ। ਅਗਰ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਤੇ। ਹਾਂ, ਨਹੀਂ ਇਤਰਾਜ਼। ਕਿੱਦਾਂ ਲੱਗਿਆ ਜਾਪਾਨ? ਬਹੁਤ ਵਧੀਆ। ਪਹਿਲੀ ਦਫਾ ਆਏ ਹੋ ਤੁਸੀਂ ਸਾਰੇ? ਹਾਂਜੀ, ਮੈਂ ਸੈਕਿੰਡ ਟਾਈਮ। ਓਕੇ। ਕੀ ਚੀਜ਼ ਜਾਪਾਨ ਦੀ ਸਭ ਤੋਂ ਜ਼ਿਆਦਾ ਪਸੰਦ ਆਈ ਹੈ? ਸਫਾਈ। ਵਾਓ। ਦੂਸਰਾ ਡਿਸਪਲਿਨ। ਹਾਂਜੀ, ਹਲੇ ਤੁਸੀਂ ਇਹ ਨਾ ਟੂਰਿਸਟ ਪਲੇਸਿਸ ਤੇ ਹੋ। ਅਸੀਂ ਕਈ ਪਿੰਡਾਂ ਵਿੱਚ ਗਏ ਡਰਾਈਵ ਕਰਕੇ ਤੇ ਸਾਨੂੰ ਯਕੀਨ ਨਹੀਂ ਆ ਰਿਹਾ ਕਿੰਨੀ ਸਫਾਈ ਹੈ ਉੱਥੇ। ਹਾਂਜੀ ਹਾਂ, ਤੇ ਮਹੱਲੇ ਪਿੰਡ ਸਭ ਤੋਂ ਵੱਡੀ ਚੀਜ਼ ਇੱਥੇ ਦੀ ਹੈ ਕਿ people are disciplined. If they have to buy something, even then they'll wait for the other person. They'll make a line. ਜੀ ਜੀ ਬਿਲकुल। है ना? ਤੂੰ ਪੰਜਾਬੀ ਦੀ ਗੱਲ ਕਰ ਲਾ। पंजाबी बोल लेनी हाँ। ਮੈਂ ਪੰਜਾਬੀ ਵਾਸੀ ਇੱਥੇ ਆਇਆ। मैं भी पंजाबी बोलती हूँ। ਅੱਛਾ, ਔਰ ਮੈਂ ਹੈਰਾਨ ਇਸ ਵਜ੍ਹਾ ਤੋਂ ਹੁੰਦਾ ਵਾਂ ਕਿ ਜਿਹੜੇ ਲੋਕ ਪਾਕਿਸਤਾਨ ਇੰਡੀਆ ਤੋਂ ਆਉਂਦੇ ਨੇ ਨਾ ਉਹ ਹੈਰਾਨ ਹੁੰਦੇ, ਸਮਝ 'ਚ ਆਉਂਦਾ ਹੈ। ਜਿਹੜੇ ਲੋਕ ਯੂਰਪ ਤੋਂ ਆਉਂਦੇ ਨੇ ਜਦੋਂ ਉਹ ਹੈਰਾਨ ਹੁੰਦੇ ਨਾ ਤੇ ਫਿਰ ਮੈਨੂੰ ਮਹਿਸੂਸ ਹੁੰਦਾ ਕਿ ਵਾਕਈ ਕੁਝ ਜਾਪਾਨ 'ਚ ਐਸਾ ਕੁਝ ਹੈ। यूनिक है। ਹਾਂਜੀ। हर देश की अपनी एक स्पेशलिटी होती है, एक डिसिप्लिन होता है। अगर उसको मेंटेन किया जाए तो फिर ही देश का नाम अगे आता है। ਬਿਲਕੁਲ। ਅੱਜ 8 ਸਾਲ ਬਾਅਦ ਵੀ ਮੈਂ ਕੋਈ ਐਸੀ ਚੀਜ਼ ਦਾ ਪਤਾ ਲੱਗਦਾ ਜਿਹੜਾ ਘਰ ਜਾ ਕੇ ਮੈਂ ਵਾਈਫ ਨਾਲ ਡਿਸਕਸ ਕਰਨਾ। ਔਰ ਇਹ ਇਹਨਾਂ ਕੋ ਇਹ ਡੀਪ ਕਲਚਰ ਹੈ ਕਿ ਮੇਰਾ ਇਹ ਮੰਨਣਾ ਹੈ ਕਿ ਤੁਸੀਂ ਇੱਥੇ 30 ਸਾਲ ਵੀ ਰਹਿ ਲਓ ਨਾ ਤੇ ਰੋਜ਼ ਕੋਈ ਨਵੀਂ ਚੀਜ਼ ਸਿੱਖੋਗੇ। ਯਾਨੀ ਕਿ ਇਸ ਵਜ੍ਹਾ ਤੋਂ ਮੈਂ ਜਾਪਾਨ ਦੇ ਬਾਰੇ 'ਚ ਇਹ ਕਹਿਣਾ ਵਾਂ ਕਿ ਜੇ ਤੁਸੀਂ ਜਾਪਾਨ 'ਚ ਜਾਪਾਨੀ ਪੈਦਾ ਨਹੀਂ ਨਾ ਹੋਏ ਤੇ ਤੁਸੀਂ ਕਦੀ ਜਾਪਾਨ ਨੂੰ 100% ਨਹੀਂ ਐਕਸਪਲੋਰ ਕਰ ਸਕਦੇ। ਉਹਦੇ ਲਈ ਤੁਹਾਨੂੰ ਜਾਪਾਨੀ ਪੈਦਾ ਹੋਣਾ ਪਏਗਾ। ਦੂਜੇ ਤੁਸੀਂ ਇਮੀਗ੍ਰੈਂਟਸ ਕੰਟਰੀਜ਼ ਜਾਂਦੇ ਹੋ, ਉੱਥੇ ਤੁਸੀਂ ਆਸਟ੍ਰੇਲੀਅਨ ਹੋ ਜਾਂਦੇ ਹੋ, USA ਜਾਂਦੇ ਹੋ, ਉੱਥੇ ਅਮਰੀਕਨਸ ਹੋ ਜਾਂਦੇ ਹੋ। ਇੱਥੇ ਤੁਸੀਂ ਯਾਨੀ ਕਿ ਫੀਲਿੰਗ ਹੈ ਲੋਕਾਂ ਦੀ 50-50 ਨਾ, ਇੱਥੇ ਤੁਸੀਂ ਫੋਰਨਰ ਹੀ ਰਹਿਣਾ ਹੈ। ਉਹਨੂੰ ਤੁਸੀਂ ਨੈਗੇਟਿਵ ਨਾ ਲਵੋ, ਲੇਕਿਨ ਇਹ ਕਿ ਨਹੀਂ ਮਿਲਦੀ ਹੈ PR ਵੀ, ਨੈਸ਼ਨੈਲਿਟੀ ਵੀ ਮਿਲਦੀ ਹੈ, लेकिन एक वो बहुत घट लोगों को ले। उससे 8 साल तो अच्छा रह रहे हो। जी जी। मैं जो समझ गई हाँ, जो मैं पढ़ के आई हाँ, वो कहने नहीं जीना इतने आसान है पर इतने मर जाना ज़्यादा मुश्किल है, क्योंकि वो जड़ियाँ होंगी है ना आफ्टर डेथ। जी जी। साढ़े हिंदू पंजाबी इतने जला देंगे। ओके। इन्ना इतने ज़मीन खरीदो, उस तो बाद उन्होंने सारिया चीज़ां उन्होंने प्रोवाइड करो। बहुत अच्छा सवाल तुसीं कीता है। और ये हकीकत है कि लोग अलहदा तो इंश्योरेंस कराते हैं और वो सारी जिंदगी पैसे देंगे ने कि जो साड़ी डैथ होएगी तो साडा एक स्टोन खरीदा जाएगा। इत्थे कल्चर है कि इत्थे भी मतलब सॉरी मैनू अगर लफज नहीं आता ना, मतलब जलाते ने ना बॉडी तो उन्होंने जी वो करन तो बाद ना वो एक स्टोन होंदा है, खास स्टोन है। उहदे च जो कल्चर वाइज है कि सारी फैमिली उस स्टोन के अंदर जाती इकट्ठी। ठीक है। उस स्टोन के अंदर जो फैमिली जाती है तो वो स्टोन जो खाली एक स्टोन है ना तकरीबन जैपनीज़ दे विच 1 मिलियन तो स्टार्ट होंदा है। ठीक है। ते बिल्कुल तुसीं बिल्कुल सही गल कीती कि इत्थे जीना आसान है, मरना जिहड़ा वो महंगा है। ठीक है। और लेकिन ਉਹਦੇ हल मौजूद ने, ਇਹ ਨਹੀਂ ਕਿ ਉਹ ਲਵਾਰਸ ਨਹੀਂ ਛੱਡ ਦੇਣਗੇ। ਕੋਈ ਇੱਕ ਬੰਦਾ ਜਿਹੜਾ ਜਿਹਨੂੰ ਨਹੀਂ, ਉਹਨੂੰ ਫਿਰ ਗਵਰਨਮੈਂਟ ਸਪੋਰਟ ਕਰ ਦਿੰਦੀ ਹੈ। ਔਰ ਇੱਕ ਤੁਹਾਨੂੰ ਥੋੜੀ ਜਿਹੀ ਫਨੀ ਚੀਜ਼ ਵੀ ਦੱਸਣਾ ਵਾ ਕਿ ਫੈਮਿਲੀ ਸਾਰੀ ਇਕੱਠੀ ਹੁੰਦੀ ਨਾ ਤੇ ਜਦੋਂ ਸ਼ਾਦੀ ਤੋਂ ਬਾਅਦ ਲੇਡੀਜ਼ ਜਿਹੜੀ ਨੇ ਉਹ ਆਪਣੇ ਉਹਨਾਂ ਦੇ ਨਾਲ ਖਾਵਨ ਦਾ ਨਾਂ ਲੱਗ ਜਾਂਦਾ ਨਾ, ਹਸਬੈਂਡ ਦਾ ਨਾਂ ਲੱਗ ਜਾਂਦਾ ਤੇ ਫਿਰ ਉਹ ਆਪਣੇ ਹਸਬੈਂਡ ਦੀ ਕਬਰ 'ਚ ਜਾਏਗੀ ਤੇ ਬਾਅਦ ਵਿੱਚ ਇਸ ਤਰ੍ਹਾਂ ਦੀ ਲੜਾਈ ਹੁੰਦੀ ਨਾ ਤੇ ਸੱਸ ਕਹਿੰਦੀ ਕਿ ਮੇਰੀ ਕਬਰ 'ਚ ਨਹੀਂ ਇਹਨੂੰ ਪਾਣਾ। ਹਾਂਜੀ। अब मसीह तो हाथ छुट्टे मुड़ के फिर आ गई। जी जी। और साड़ी एक बड़ी अच्छी दोस्त है, शी इज़ अ प्योर पाकिस्तानी, शी इज़ इन कराची। ਓਕੇ। ਹੁਣ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਲੋਕ ਵੇਖਦੇ ਨਾ ਤੇ ਇੰਨਾ ਪਿਆਰ ਕਰਦੇ ਨੇ। ਐਵੇਂ ਇੱਕ ਦਿਨ ਮਾਂ ਜੀ ਲਾਈਵ ਤੇ ਮੇਰੇ ਆ ਗਏ ਨਾ, ਕਹਿੰਦੇ ਨੇ ਪੁੱਤਰ ਕਿੱਥੇ? ਅੱਛਾ ਕੋਈ ਗੱਲ ਨਹੀਂ, ਕੋਈ ਲਾਈਵ ਆਏ ਨੇ, ਕਹਿੰਦੇ ਨੇ ਪੁੱਤਰ ਕਿੱਥੇ ਰਹਿ ਗਏ ਆ? ਇੱਥੇ ਸਾਡੇ ਕੋਲ ਮੰਜੀਆਂ ਵੀ ਨੇ, ਸਾਗ ਵੀ ਹੈ, ਕੈਨੇਡਾ ਸਾਡੇ ਕੋਲ ਮੰਜੀਆਂ ਵੀ ਨੇ। ਮਤਲਬ ਉਹਨਾਂ ਨੇ ਕੈਸੀ ਗੱਲ ਕੀਤੀ ਹੈ ਕਿ ਮੰਜੀਆਂ ਵੀ ਨੇ। ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਮੰਜੀ ਕਿੰਨੀ ਮਿਸ ਕਰਨਾ ਵਾ? ਇਹ ਦੱਸੋ ਵੀ ਜਿਹੜਾ ਬੁੱਧ ਧਰਮ ਇੱਥੇ ਆ, ਮਤਲਬ ਕਿੰਨੇ ਸੀਰੀਅਸਲੀ ਲੋਕੀ ਆਪਣੇ ਧਰਮ ਵਿੱਚ ਪੱਕੇ ਨੇ ਜਾਂ ਆਪਣੇ ਪਗੋਡਾ ਜਾਂਦੇ ਨੇ, ਪ੍ਰੈਕਟਿਸ ਕਰਦੇ ਨੇ,
ਕਿੰਨੇ ਇੱਕ ਮਤਲਬ ਇਹਨਾਂ ਦੇ ਜਜ਼ਬਾਤ ਜਿਹੜੇ ਲੋਕ ਨੇ ਨਾ ਪੇਰੈਂਟਸ ਉਹਦੇ ਵਿੱਚੋਂ ਇੰਜ ਵੀ ਕਿ ਕਈ ਲੋਕ ਮਤਲਬ ਕਿ ਮਦਰ ਜਿਹੜੀ ਹੈ ਉਹ ਕ੍ਰਿਸਚਨ ਹੈ, ਫਾਦਰ ਜਿਹੜਾ ਉਹ ਬੁੱਧਿਸਟ ਹੈ, ਠੀਕ ਹੈ। ਲੇਕਿਨ ਕਿ ਜਿਹੜੇ ਬੱਚੇ ਨੇ ਨਾ ਉਹ ਤੁਸੀਂ ਇੱਥੇ ਸਰਵੇਜ਼ ਵੀ ਹੁੰਦੇ ਨੇ ਨਾ ਅਕਸਰ ਯੂਟਿਊਬਰ ਪੁੱਛਦੇ ਨੇ ਕਿ ਤੇ ਉਹ ਜਿਹੜੀ ਹੁਣ ਅਗਲੀ ਹੈ ਜਿਹੜੀ ਲੇਟੈਸਟ ਨਸਲ ਹੈ ਨਾ ਇਹ ਕਹਿੰਦੀ ਕਿ ਵੀ ਆਰ ਨਾਟ ਰਿਲੀਜੀਅਸ, ਤੇ ਉਹ ਮਤਲਬ ਕੁਛ ਨਹੀਂ ਫਾਲੋ ਨਹੀਂ ਕਰਦੇ ਮਤਲਬ ਬੇਸਿਕਲੀ ਤੇ ਹਾਂਜੀ। ਹੁਣ ਮਤਲਬ ਹੈ ਕਿ ਇਹ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਇੱਕ ਤਾਦਾਦ ਜਿਹੜੀ ਨਾ ਉਹ ਜਾ ਰਹੀ ਹੈ ਈਥੀਇਜ਼ਮ ਵੱਲ। ਅਸਲ 'ਚ ਜਿਹੜੀ ਨਾ ਯੰਗ ਜਨਰੇਸ਼ਨ ਸਾਰੀ ਦੁਨੀਆ ਦੀ ਆ ਜਾਂ ਸਾਰੀ ਦੁਨੀਆ ਦੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਤੇ ਜਿਹੜੇ ਧਰਮ ਸਾਰੇ ਆਊਟ ਆਫ ਡੇਟ ਹੋ ਰਹੇ ਆ। ਧਰਮ ਉਹੋ ਹੀ ਕਾਮਯਾਬ ਰਹੂਗਾ ਜਿਹੜਾ ਸੱਚਾਈ ਤੇ ਕੁਦਰਤ ਦੇ ਕਲੋਜ਼ ਜਿਹੜਾ ਬ੍ਰਹਿਮੰਡ ਦੇ ਕਲੋਜ਼ ਧਰਮ ਹੋਊਗਾ ਉਹੋ ਹੀ ਸਰਵਾਈਵ ਕਰੂਗਾ। ਬਾਕੀ ਧਰਮ ਜਿਹੜੇ ਆ ਉਹ ਅੱਜ ਕੱਲ੍ਹ ਇਨਫੋਰਮੇਸ਼ਨ ਇੰਨੀ ਅਵੇਲੇਬਲ ਹੈ ਧਰਮਾਂ ਬਾਰੇ ਤਾਂ ਲੋਕੀ ਪੜ੍ਹ ਕੇ ਕਹਿੰਦੇ ਨਾ ਇਹ ਤਾਂ ਐਵੇਂ ਗੱਲਾਂ ਬਾਰੇ ਔਰ ਇਨਸਾਨੀਅਤ ਦੇ ਔਰ ਹਕੀਕਤ ਤੇ ਹਕੀਕਤ ਤੇ ਇਨਸਾਨੀਅਤ ਹਕੀਕਤ ਟੋਲਟਾ ਬਹੁਤ ਵਧੀਆ ਟੋਲਟਾ ਬਹੁਤ ਵਧੀਆ ਇੱਥੇ ਟੋਲਟਾ ਬਹੁਤ ਵਧੀਆ ਆ। ਬਾਕੀ ਦੂਸਰਾ ਇੱਥੇ ਕੁਆਇਟ ਕਾਹਦੇ ਹੁੰਦੇ ਆ, ਇੰਨੇ ਚੁੱਪ ਕਾਹਦੇ ਰਹਿੰਦੇ ਆ? ਚੁੱਪ ਬਸ ਇਹ ਇੱਥੋਂ ਦਾ ਕਹਿ ਲੋ ਕਿ ਦੱਸੋ ਮੈਨੂੰ, ਇਹ ਜ਼ਰੂਰੀ ਦੱਸੋ ਮੈਨੂੰ। ਆਪਾਂ ਆ ਜਿੱਦਾਂ ਆਪਾਂ ਉੱਚੀ ਉੱਚੀ ਬੋਲਣਾ, ਫਨ ਕਰਨਾ, ਕਿਉਂ ਘੱਟ ਉਸ ਕਹਿੰਦੇ ਲਿਫਟ ਵਿੱਚ ਵੀ ਸਾਈਨ ਲਗਾਇਆ ਹਨਾ, ਕਾਹਤੇ ਕਿਉਂ? ਬਹੁਤ ਧੀਮੀ ਆਵਾਜ਼ 'ਚ ਬੋਲਣਾ। ਦੂਸਰਿਆਂ ਨੂੰ ਡਿਸਟਰਬ ਨਾ ਕਰੋ। ਥੈਂਕ ਯੂ ਹੈ। ਤੁਹਾਡਾ ਨਾਂ ਕੀ ਆ? ਮੇਰਾ ਨਾਮ ਸ਼ੁਏਬ। ਦੇਖ ਕੇ ਬਹੁਤ ਉਹਨਾਂ ਦੇ ਨਾਲ ਮੋਹ ਵੀ ਹੋ ਜਾਂਦਾ ਹੈ ਔਰ ਅਟਰੈਕਸ਼ਨ ਵੀ ਹੋ ਜਾਂਦੀ ਹੈ, ਉਹਨਾਂ ਬਾਰੇ ਉਹ ਜਾਣਨਾ ਚਾਹੁੰਦੇ ਆ। ਇਹਨਾਂ ਦਾ ਫੇਸ ਸਿਮਿਲਰ ਹੈ ਨਾ, ਕਈ ਜਿਹੜੇ ਬੜੇ ਬੰਦੇ ਆਉਂਦੇ ਨੇ ਪੰਜਾਬੀ ਮੂਵੀ ਦੇ ਅੰਦਰ, ਤੇ ਤੁਸੀਂ ਕਦੀ ਉਹਨਾਂ ਨਾਲ ਬੈਠ ਕੀਤੀ, ਕਦੀ ਇਸ ਤਰ੍ਹਾਂ ਦੇ ਬੰਦੇ ਮਿਲੇ ਨੇ ਕਦੀ ਤੁਹਾਨੂੰ? ਮਿਲ ਪੈਂਦੇ ਕਈ ਵਾਰੀ ਸਾਡੇ ਆਸਟ੍ਰੇਲੀਆ ਆ ਜਾਂਦੇ ਸ਼ੂਟਿੰਗ ਕਰਨ ਸ਼ੂਟਿੰਗ ਕਰਨ ਵਾਸਤੇ ਸਹੀ, ਜਾਂ ਇੰਡੀਆ ਦੇ ਵਿੱਚ ਜਾਂ ਆਸਟ੍ਰੇਲੀਆ ਕੈਨੇਡਾ ਦੇ ਕਾਫੀ ਜ਼ਿਆਦਾ ਜਾਂਦੇ ਨੇ। ਇੱਕ ਵੱਡੀ ਦੇ ਚਲੋ ਮਤਲਬ ਜ਼ਿੰਦਾ ਦਿਲ ਬੰਦੇ ਚਲਾਉਣੇ ਵਾਲੇ ਸਟਾਰਟਿੰਗ ਤੋਂ ਸਾਡੀ ਉੱਥੇ ਜਾਣਾ ਲਾਹੌਰ 2 ਵਾਰੀ ਮੈਂ ਜਾਇਆ ਹੀ ਹਾਂ। ਉੱਥੇ ਲਾਹੌਰ ਤੋਂ ਇਕੱਠੇ ਗਏ ਸੀ ਭੈਣ ਹਾਂ ਅਸੀਂ ਦੋ ਵਾਰੀ ਜਾਇਆ ਹਾਂ ਮੈਂ ਪਾਕਿਸਤਾਨ। ਅੱਛਾ ਤੇ ਮਤਲਬ ਉੱਥੋਂ ਜਾਣਾ, ਆਪਣਾ ਸਮਾਨ ਚੱਕਣਾ, ਦੂਜੇ ਪਾਸੇ ਚਲੇ ਜਾਣਾ, ਮੋਰੇ ਸਾਡੀ ਗੱਡੀ ਖੜੀ ਘਰ ਚਲੇ ਜਾਣਾ। ਪਰ ਹੁਣ ਕਹਿੰਦੇ ਨਹੀਂ ਜਾ ਸਕਦੇ, ਮੇਰਾ ਫੇਰ ਜੀ ਕਰਦਾ ਫੇਰ ਮੁੜ ਕੇ ਇੱਕ ਵਾਰੀ ਜਾਵਾਂ ਦੇਖਦੀ ਆ। ਪਰ ਉਹਨਾਂ ਨੇ ਬਾਰਡਰ ਬੰਦ ਕਰ ਦਿੱਤਾ, ਬਾਗਾ ਬਾਰਡਰ। ਇਹ ਬਾਗੇ ਦੇ ਲਾਗੇ ਰਹਿੰਦਾ। ਅੱਛਾ ਬਾਗੇ ਤੇ ਲੱਗ ਹੁਣ ਮੈਂ ਗਿਆ ਤੇ ਕਰਤਾਰਪੁਰ ਵੇਖਣ ਜਾਵਾਂਗਾ। ਕਰਤਾਰਪੁਰ ਮੈਂ ਉਹੀ ਦੇਖਣ ਜਾਣਾ, ਮੈਂ ਉਹ ਨਹੀਂ ਨਾ ਦੇਖਿਆ। ਜਦੋਂ ਦਾ ਬਣਿਆ ਮੈਂ ਨਹੀਂ ਗਿਆ। ਜਦੋਂ ਬਣਿਆ ਮੈਂ ਵੀ ਨਹੀਂ ਗਈ, ਪਹਿਲਾਂ ਪੁਰਾਣੇ ਅਸੀਂ ਜਾਏ 2 ਵਾਰੀ, ਪਰ ਹੁਣ ਚਾਹੁੰਦੀ ਹਾਂ ਵੀ ਮੈਂ ਦੁਬਾਰਾ ਫੇਰ ਜਾਵਾਂ ਕਰਤਾਰਪੁਰ ਦਾ, ਇੱਕ ਵਾਰ ਦੇਖਿਆ ਮੈਂ ਲੰਗਾ। ਠੀਕ ਹੈ। ਡਰਾਮਾ ਕਿਹੜਾ ਵੇਖਦੇ ਹੋ ਅੱਜ ਕੱਲ ਪਾਕਿਸਤਾਨੀ? ਮੈਂ ਦੇਖਦੀ ਹਾਂ ਗੁਲਾਮ ਬਾਦਸ਼ਾਹ। ਗੁਲਾਮ ਬਾਦਸ਼ਾਹ ਬਹੁਤ ਹੀ ਆਖਰੀ ਚੱਲ ਰਿਹਾ ਜੇ ਚੱਲ ਰਿਹਾ ਆਖਰੀ ਕਿਸ਼ਤ ਹੈ ਨਾ? ਚੱਲ ਰਿਹਾ ਆ। ਇੱਕ ਰਹਿਮਤ ਚੱਲ ਰਿਹਾ, ਉਹ ਵੀ ਦੇਖਦੀ ਹਾਂ। ਅੱਛਾ। ਇੱਕ ਇਧਰੋਂ ਦੇਖ ਲਿਆ, ਇੱਕ ਇਧਰੋਂ ਦੇਖ ਲਿਆ। ਮੁਕਾਬਲਾ ਹੈ ਨਾ ਇੰਡੀਆ ਇੰਡਸਟਰੀ ਦਾ ਫਿਲਮਾਂ ਦੇ ਵਿੱਚ ਨਾ। ਨਹੀਂ ਇਹ ਪਾਕਿਸਤਾਨੀ ਡਰਾਮੇ ਜਿਹੜੇ ਆ ਦੇਰ ਔਨ ਦ ਟੌਪ, ਕੋਈ ਤੋੜ ਨਹੀਂ। ਨਹੀਂ ਉਹਨਾਂ ਦਾ ਕੋਈ ਮੁਕਾਬਲਾ ਨਹੀਂ, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਕਰੰਟ ਅਫੇਅਰ ਦੇ ਉੱਤੇ ਗੱਲ ਹੁੰਦੀ ਹੈ, ਜੋ ਚੱਲ ਰਿਹਾ ਮੁਆਸ਼ਰੇ ਦੇ ਵਿੱਚ, ਜੋ ਜਿਸ ਤਰ੍ਹਾਂ ਗੁਜ਼ਰ ਰਿਹਾ ਹੈ ਜ਼ਮਾਨਾ ਚੱਲ ਰਿਹਾ, ਉਸ ਹਿਸਾਬ ਤੇ ਰਾਈਟਰਸ ਲਿਖਦੇ ਨੇ। ਹਾਂ ਇੱਕ ਤਾਂ ਦੂਸਰੀ ਦੇ ਸੀਗਾ ਨਾ ਬੇਸ ਇਹ ਨਾ ਮੁਅੰਮਾ ਨਾ ਹੈ ਡਰਾਮਾ ਨਾ ਜਿਹੜਾ ਉਹ ਚੱਲ ਨਹੀਂ ਰਿਹਾ, ਅਜੇ ਚੱਲ ਰਿਹਾ। ਉਹ ਖਤਮ ਹੋ ਗਿਆ। ਖਤਮ ਹੋ ਗਿਆ। ਫਿਰ ਉਹ ਤਾਂ ਮੇਰਾ ਅੰਦਰ ਆਈ ਤੇ ਕੱਟ ਹੋਇਆ। ਜਿਹੜਾ ਆਪੀ ਨਹੀਂ ਚੱਲ ਰਿਹਾ ਅਜੇ, ਉਹ ਵੀ ਹੁਣ ਲਾਸਟ ਤੇ ਆਇਆ। ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੈ, ਕਿਉਂਕਿ ਜੇ ਟਾਈਮ ਹੀ ਇਸੇ ਟਾਈਮ ਤੇ ਸਪੈਂਡ ਕਰਨਾ ਨਾ, ਤੁਸੀਂ ਹੁਣ ਘਰੇ ਹੋਰ ਕੁਝ ਕਰਨ ਰਿਟਾਇਰ ਹੋਣੇ ਆ, ਡਰਾਮੇ ਦੇਖਣੇ ਆ। ਇਹ ਜਾਂ ਦੁਨੀਆ 'ਚ ਘੁੰਮੀ ਜਾਂਦੀ ਜਾਂ ਡਰਾਮੇ ਦੇਖੀ ਜਾਂਦੀ ਭੈਣ ਸਾਡੀ। ਅੱਛਾ ਅੱਛਾ। ਘਰਦਿਆਂ ਨੇ ਕੰਮ ਤੇ ਛੱਡਿਆ। ਉਹ ਦੂਜੇ ਦੇ ਵੀ ਆਉਂਦੇ ਹੁੰਦੇ ਨੇ ਤੁਹਾਡੇ, ਕੀ ਨਾ ਉਹਦਾ ਜਿਹੜੇ ਇੰਡੀਆ ਤੋਂ ਵੀ ਉਹ ਸਾਰਿਆਂ ਨੂੰ ਮਿਲਾਉਂਦਾ ਵੀ ਹੈ ਮੁੰਡਾ, ਕੀ ਉਹਦਾ ਮੁੰਡੇ ਦਾ ਨਾਮ ਆਪਣੇ ਪੰਜਾਬ ਤੋਂ ਨਹੀਂ ਆਪਣੇ ਪਾਕਿਸਤਾਨ ਵਾਲਾ, ਆਪਣੇ ਉਹ ਢਿੱਲੋਂ ਨਾਸਰ ਢਿੱਲੋਂ ਉਹਦਾ ਤਾਂ ਬਹੁਤ ਨਾਸਰ ਢਿੱਲੋਂ ਨੂੰ ਤੁਸੀਂ ਪਸੰਦ ਕਰਦੇ ਹੋ? ਉਹਨੂੰ ਵੀ ਪਸੰਦ, ਉਹਦਾ ਵੀ ਸੁਣੇ ਹੁੰਦੇ ਬਲੌਗ। ਮੈਂ ਹੁਣ ਜਾਣਾ ਤੇ ਮੈਂ ਮਿਲਣਾ ਹੈ ਨਾ। ਹਾਂਜੀ ਨਾ ਹੀ ਇਜ਼ ਲਵਲੀ, ਬਹੁਤ ਉਹਦੀ ਜਿਹੜਾ ਵੈਰੀ ਇੰਟਰਸਟਿੰਗ ਉਹਦੀਆਂ ਹੁੰਦੇ ਸਾਰੇ ਬਲੌਗ ਜਿਹੜੇ ਆ, ਮਤਲਬ ਆਪਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦਾ। ਜੋੜਨ ਦੀ ਕੋਸ਼ਿਸ਼ ਕਰਦਾ ਸਾਰੇ। ਕੈਸੇ ਤੋਂ ਜਾਂਦੇ ਜਿਹੜੇ ਪੁਰਾਣੇ ਪੰਜਾਬ ਤੋਂ ਢੇਡੇ ਵਾਲੇ ਪੰਜਾਬ 'ਚ ਇੱਧਰ ਮੂਵ ਹੋਏ ਆ ਜਦੋਂ 47 ਦੇ ਵਿੱਚ, ਉਹਨਾਂ ਨੂੰ ਮਿਲਾਉਂਦਾ ਜਿਹੜੇ ਥੋੜੇ ਜਿਹੇ ਕਿਸੇ ਦੇ ਬੇਟੇ ਰਹਿ ਗਏ, ਕਿਸੇ ਦੇ ਭਰਾ ਰਹਿ ਗਿਆ, ਆਲ ਦੈਟ ਉਹਨਾਂ ਨੂੰ ਮਿਲਾਉਂਦਾ। ਇਟਸ ਰੀਲੀ ਵੈਰੀ ਇੰਟਰਸਟਿੰਗ। ਹਾਂ ਹੋਰ ਬੰਦਾ ਤੁਸੀਂ ਸ਼ਾਇਦ ਅੰਜਮ ਸਰੋਇਆ ਦੇ ਨਾਲ, ਅੰਜਮ ਸਰੋਇਆ ਨਾ, ਤੇ ਹੁਣ ਮੈਂ ਬੰਦੇ ਸਾਰੇ ਲਿਸਟ 'ਚ ਰੱਖੇ ਨੇ, ਮੈਂ ਉਹਨਾਂ ਨੂੰ ਲਾਜ਼ਮੀ ਮਿਲਾਂਗਾ। ਕਹਿੰਦੇ ਹੁਣ ਤਾਂ ਮਿਲਣਗੇ ਤੈਨੂੰ। ਜਾਵਾਂਗਾ। ਹਾਂਜੀ ਸਾਰਾ ਪੰਜਾਬੀ ਦਾ ਹੈ ਨਾ, ਸਾਰਾ ਪਿਆਰ ਹੈ ਪੰਜਾਬੀ ਦਾ, ਪੰਜਾਬੀਅਤ ਦਾ। ਕਿਉਂਕਿ ਪੰਜਾਬੀ ਹੀ ਵੱਢਿਆ ਨਾ ਇਹਨਾਂ ਨੇ, ਜਦੋਂ ਵੱਢਿਆ ਤਾਂ ਸਾਡਾ ਪੰਜਾਬੀ ਵੱਢ ਕੇ 2 ਥਾਈਂ ਕਰ ਦਿੱਤਾ ਨਾ। ਹਾਂਜੀ ਸਾਰੇ ਇਹੀ ਕਹਿੰਦੇ ਆ ਕਿ ਫੀਲਿੰਗ ਤੇ ਇਹ ਆ ਵੀ ਸਾਨੂੰ ਵੰਡਿਆ ਕਿਉਂ, ਗੁੱਸਾ ਇਸ ਗੱਲ ਦਾ। ਉਹੀ ਤਾਂ ਗੱਲ, ਪੰਜਾਬ ਨੂੰ ਹੀ ਵੱਢਿਆ ਨਾ, ਦੋਨੇ 2 ਪਿੱਛੇ ਹਿੱਸੇ ਕਰ ਦਿੱਤੇ ਉਹ ਪੰਜਾਬ ਦੇ। ਬੰਗਾਲੀਆਂ ਨੂੰ ਵੰਡਿਆ ਉਹਦੇ ਉਹੀ ਤਾਂ ਗੱਲ ਆ। ਆਪਣਾ ਪਾਸੇ ਤਾਂ ਨਹੀਂ ਕੋਈ ਵੀ ਨੁਕਸਾਨ ਕੀਤਾ, ਨੁਕਸਾਨ ਸਾਡਾ ਹੀ ਹੋਇਆ ਸਾਰਾ, ਜਿੰਨਾ ਵੀ ਹੋਇਆ ਦੋਨਾਂ ਪਾਸਿਆਂ ਦਾ।
ਦੋਨੇ ਪਾਸੇ ਇਹ ਦੋਨੋਂ ਪਾਸੇ ਤੜਫਦੇ ਆ ਇੱਕ ਦੂਜੇ ਨੂੰ ਦੇਖਣ ਹੰਝੂ ਦੋਨੇ ਪਾਸੇ ਨੇ। ਨਹੀਂ ਉਧਰਲੇ ਪਾਸੇ ਜਦੋਂ ਅਸੀਂ ਲੰਗਰ ਵਿੱਚ ਸੇਵਾ ਕਰਦੇ ਸੀ ਨਨਕਾਣਾ ਸਾਹਿਬ ਜਦੋਂ ਗਏ ਸੀ ਤੇ ਉੱਥੇ ਸਾਡੇ ਨਾਲ ਲੰਗਰ ਲੱਗ ਪਿਆ ਉਹ ਕਹਿੰਦੇ ਵੀ ਜੇ ਪਾਸਪੋਰਟ ਦੀ ਲੋੜ ਨਾ ਹੁੰਦੀ ਅਸੀਂ ਹੁਣ ਤੱਕ ਕਿੰਨੀ ਵਾਰੀ ਆਪਣੇ ਭੈਣ ਭਰਾ ਮਿਲਣਾ ਸੀ ਤੇ ਹੁਣ ਸਾਡੇ ਕੋਲ ਇੰਨੇ ਪੈਸੇ ਨਹੀਂ, ਅਸੀਂ ਕੰਮ ਕਰਕੇ ਪੈਸਾ ਜੋੜਨਾ, ਟਿਕਟ ਆਪਾਂ ਪਾਸਪੋਰਟ ਬਣਾਉਣਾ, ਫਿਰ ਅਸੀਂ ਉਹਨਾਂ ਨੂੰ ਮਿਲਣਾ ਤੇ ਕਿੰਨਾ ਮੁਸ਼ਕਲ ਕੀਤਾ ਉਹਨਾਂ ਨੇ ਇਕੱਲੇ ਇਕੱਲੇ ਕੋਲ ਤੇ ਹਨਾ। ਤੇ ਜਿਹੜੇ ਦੂਸਰੇ ਹੋਟਲ ਦੇ ਵਿੱਚ ਵੀ ਜਿਹੜੇ ਸਰਵ ਕਰਦੇ ਸੀ ਖਾਣਾ ਨਾ, ਉਹਨੇ ਵੀ ਸਾਡੇ ਨਾਲ ਰੋਜ਼ ਰਾਤ ਨੂੰ ਗੱਲਾਂ ਕਰਦੇ ਹੁੰਦੇ ਸੀ। ਉਹ ਕਹਿੰਦੇ ਸੀ ਜਦੋਂ ਤੁਸੀਂ ਆਉਣੇ ਪੰਜਾਬ ਤੋਂ ਸਾਨੂੰ ਇੱਦਾਂ ਲੱਗਦਾ ਸਾਡੇ ਭੈਣ ਭਰਾ ਸਾਨੂੰ ਮਿਲਣਾ ਬਿਲਕੁਲ ਬਿਲਕੁਲ ਵਿੱਚ ਪਿਆ ਮਿਲ ਗਿਆ। ਘਾਟ ਮਹਿਸੂਸ ਕਰਦੇ ਉਹ ਚਾਹ ਬਹੁਤ ਕਰਦੇ ਗਿਆ ਦਾ, ਇੰਨਾ ਚਾਹ ਚੜਦਾ ਉੱਥੇ ਗਿਆ ਦਾ, ਪਿਆਰ ਦੇ ਨਾਲ ਸਾਰੇ ਨਾ ਬੋਲਦੇ ਚੱਲਦੇ ਆ। ਇਟਸ ਲਵਲੀ, ਬਹੁਤ ਫੀਲਿੰਗ ਵਧੀਆ ਹੁੰਦੀ ਆ। ਤੇ ਆਪਣਾ ਖਾ ਪੀ ਕੀ ਰਹੇ ਹੋ? ਹਾਂਜੀ, ਖਾ ਪੀ ਕੀ ਰਹੇ ਹੋ ਇੱਥੇ? ਇੱਥੇ ਕੀ ਖਾ ਪੀ ਰਹੇ ਹੋ? ਜੋ ਜੋ ਮਿਲ ਜਾਏ ਟਾਈਮ ਪਾਸ ਬੇਟਾ ਵਧੀਆ ਹੋ ਰਿਹਾ, ਟਾਈਮ ਪਾਸ ਵਧੀਆ ਹੋ ਰਿਹਾ। ਗੁਜ਼ਾਰਾ ਹੋ ਰਿਹਾ ਹੈ ਨਾ? ਚਿਕਨ ਚੁਕਰ ਖਾ ਲੇਗਾ, ਮਾੜਾ ਮੋਟਾ ਖਾ ਲੇਗਾ। ਹਾਂ ਠੀਕ ਹੈ। ਮੈਂ ਟਰੈਵਲ ਕਰਨਾ, ਮਤਲਬ ਮੈਨੂੰ ਟਰੈਵਲ ਦਾ ਵੀ ਸ਼ੌਕ ਹੈ। ਹੁਣ ਵੀ ਮੈਂ ਪਾਕਿਸਤਾਨ ਜਾਣਾ ਹੈ, ਲੇਕਿਨ ਪਹਿਲੇ ਮੈਂ ਸ੍ਰੀਲੰਕਾ ਜਾਣਾ ਹੈ, 5 ਦਿਨ ਉੱਥੇ ਰੁਕਣਾ ਹੈ, ਫਿਰ ਸ੍ਰੀਲੰਕਾ ਤੋਂ ਫਿਰ ਪਾਕਿਸਤਾਨ ਜਾਣਾ ਹੈ, ਫਿਰ ਪਾਕਿਸਤਾਨ ਤੋਂ ਮੈਂ ਬਾਰਡਰ ਬਾਈ ਰੋਡ ਚਾਈਨਾ ਐਂਟਰ ਹੋਣਾ ਹੈ, ਤੇ ਫਿਰ ਚਾਈਨਾ ਮੈਂ 5000 ਕਿਲੋਮੀਟਰ ਰੈਂਡਮਲੀ ਕੱਲਾ ਸੋਲੋ ਤੇ ਟਰੈਵਲ ਕਰਦਾ ਫਿਰ ਚਾਈਨਾ ਤੋਂ ਵਾਪਸ ਜਾਪਾਨ। ਚਾਈਨਾ ਦੇ ਵਿੱਚ ਜਿੰਨੀ ਤਰੱਕੀ ਹੋਈ ਹੈ, ਚਾਈਨਾ ਔਰ ਜਦੋਂ ਆਪਾਂ ਹੁਣ ਅਸੀਂ ਪਾਕਿਸਤਾਨ ਵੀ ਜਾਏ ਆ, ਇੰਡੀਆ ਦਾ ਵੀ ਸਾਨੂੰ ਪਤਾ ਕਿੰਨੀ ਤਰੱਕੀ ਹੋਈ ਹੈ। ਸ੍ਰੀਲੰਕਾ ਵੀ ਜਾਏ ਆ। ਕਰਦੇ ਦੋਨਾਂ ਨੂੰ ਤੋਂ ਕਿੱਥੇ ਉਹ ਚਲੇ ਗਏ ਨੇ, ਬਹੁਤ ਜ਼ਿਆਦਾ, ਤੇ ਅਸੀਂ ਪਿੱਛੇ ਰਹਿ ਗਏ ਹਾਂ। ਬਹੁਤ ਜ਼ਿਆਦਾ ਚਲੇ ਗਏ। ਉਹ ਬੇਸਿਕਲੀ ਸਾਇਲੈਂਟਲੀ ਖਾਮੋਸ਼ੀ ਦੇ ਨਾਲ। ਅੱਛਾ, ਕਿੰਨੇ ਪੁੱਛਿਆ ਸੀ ਖਾਮੋਸ਼ ਕਿਉਂ ਨੇ? ਉਹ ਕਿੱਧਰ ਗਏ? ਖਾਮੋਸ਼ ਰਹਿਣਾ ਇੱਕ ਇਬਾਦਤ ਹੈ। ਖਾਮੋਸ਼, ਜਿੰਨਾ ਖਾਮੋਸ਼ ਰਹੋਗੇ ਉਹਨਾਂ ਚੀਜ਼ਾਂ ਸਮਝੋਗੇ, ਸਮਝ ਆਉਂਦੀਆਂ। ਉਹ ਹੀ ਹੈ ਕਲਚਰ ਦੀ ਬੇਸ ਹੈ ਖਾਮੋਸ਼ੀ। એનર્ਜੀ ਨਹੀਂ ਵੇਸਟ ਕਰਨੀ, એનર્ਜੀ ਨਹੀਂ ਵੇਸਟ ਕਰਨੀ। ਇਹ ਬੜੀ ਖੁਸ਼ੀ ਹੋਈ ਮਿਲ ਕੇ। ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਸੈਂਡ ਅਸ ਦ ਲਿੰਕ, ਵੀ ਵਿਲ ਵਾਚ ਓਕੇ ਐਂਡ ਆਈ ਫੋਲੋ ਯੂ। ਓਕੇ, ਥੈਂਕ ਯੂ ਸੋ ਮਚ। ਵੀ ਵਿਲ ਫੋਲੋ ਯੂ। ਹੈਪੀ ਭਾਜੀ ਦੱਸ ਦਿਆਂਗਾ। ਨਾਈਸ ਟੂ ਮੀਟ ਯੂ। ਥੈਂਕ ਯੂ ਵੈਰੀ ਗੁੱਡ। Nice meeting you. ਸਰ, ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। I enjoy your staying here, living in this country. Yeah, nice to meet you. ਥੈਂਕ ਯੂ ਸੋ ਮਚ। Thank you. Thank you. ਅਸੀਂ ਚੱਲੇ ਆ ਹੋਟਲ 'ਚ, ਹੁਣ ਸਾਡਾ ਨਾਲ ਤਾਂ ਹੋਟਲ ਹੀ ਹੈ। ਅੱਛਾ ਫਿਰ ਸ਼ਾਮ ਨੂੰ ਅਸੀਂ ਫਿਰ ਨਿਕਲਾਂਗੇ। ਅੱਛਾ, ਹੁਣ ਹੋਟਲ ਜਾ ਰਹੇ ਹੋ? ਹੁਣ ਹੋਟਲ ਜਾ ਰਹੇ ਹਾਂ। Okay. ਚੈੱਕ ਕਰਕੇ ਆ ਨਾਲ ਹੀ ਜਿਹੜਾ ਹਿਲਟਨ ਹੈਗਾ, ਇਹਦੇ ਨਾਲ ਹੀ ਹਿਲਟਨ, ਅੱਛਾ ਹਿਲਟਨ, ਠੀਕ ਹੈ। ਡਬਲ ਟ੍ਰੀ ਹਿਲਟਨ। ਤੇ ਫਿਰ ਇਜਾਜ਼ਤ ਦਿਓ, ਬਹੁਤ ਵਧੀਆ ਲੱਗਾ। ਜੇ ਹੋਇਆ ਤਾਂ ਟਾਈਮ ਕੱਢ ਲਈਓ, ਜੇ ਕੱਲ ਹੋਇਆ ਜਦੋਂ ਵੀ ਠੀਕ ਹੈ ਕੰਮ ਠੀਕ ਕਰ ਹੈ। ਰਹੇ ਕੱਲ ਨੂੰ। ਬਹੁਤ ਘੰਟਾ ਲੱਗਦਾ ਹੈ। ਅੱਛਾ, ਬਾਈਕ ਦੇ ਉੱਤੇ ਆਏ ਹਾਂ। ਓਕੇ, ਅਸੀਂ ਦੋਨੋਂ ਬਾਈਕ ਦੇ ਉੱਤੇ ਆਏ ਹਾਂ। ਚਲੋ ਠੀਕ ਹੈ। ਲਈ ਇਹਨਾਂ ਦੇ ਨਾਲ ਹਾਂ ਹਾਂ ਸ਼ੋਰ। ਜਿਹੜੇ ਵੀ ਆ ਜਾਣਗੇ। ਠੀਕ ਹੈ, ਥੈਂਕ ਯੂ। ਤੇ ਥੈਂਕ ਯੂ ਸੋ ਮਚ। ਚਲੋ ਬਹੁਤ ਅੱਛਾ। ਓਕੇ ਜੀ, Very nice meeting you. ਰੱਬ ਰਾਖਾ। All the best. ਥੈਂਕ ਯੂ। ਇੱਕ ਸਾਲ ਆਣਾ ਹੁੰਦਾ, ਜਦ ਤੱਕ ਗਾਈਡ ਬਣ ਜਾਓ। ਹਾਂਜੀ ਹਾਂਜੀ, ਮਤਲਬ ਮੇਰੀ ਤੇ ਲਾਈਨ ਹੈ ਨਾ, ਇਹਦੇ ਇਹ ਨਾਲ ਕਲੋਜ਼ ਇਹਨੇ ਵੀ ਸ਼ੁਰੂ ਕੀਤਾ। ਇਹ ਵੀ ਇਹਦੇ ਕੋਲ ਵੀ ਉਹ ਲਾਇਸੈਂਸ ਇਹਨੂੰ ਵੀ ਦਵਾਇਆ ਹੈ ਨਾ। ਠੀਕ ਹੈ। ਰਾਬਤਾ ਰਹੇਗਾ। ਮੇਰਾ ਚੈਨਲ ਦੱਸ ਦੇਣਾ ਸਾਰਿਆਂ ਨੂੰ, ਠੀਕ ਹੈ? ਵਨ ਲਾਈਫ ਵਿਦ ਸ਼ਵੇਬ। ਹਾਂ, ਤੁਹਾਡਾ ਉਹ ਪੁੱਛਦੇ ਪਏ ਸਨ ਨਾ, ਮੈਂ ਕਿਹਾ ਹੈਪੀ ਭਾਜੀ ਦੱਸ ਦੇਣਗੇ ਤੁਹਾਨੂੰ। ਮੈਂ ਸਿਡਨੀ 'ਚ, ਅੰਕਲ ਹੋਣੀ ਬ੍ਰਿਸਬਨ ਤੋਂ। ਮੈਂ ਕੁਈਨਜ਼ਲੈਂਡ, ਬ੍ਰਿਸਬਨ, ਇਹ ਵੀ ਬ੍ਰਿਸਬਨ, ਇਹ ਵੀ ਬ੍ਰਿਸਬਨ, ਓਕੇ। ਇਹ ਸਿਡਨੀ ਨੇ ਭਾਜੀ। ਆਸਟ੍ਰੇਲੀਆ ਮੈਂ ਦੋ ਕੰਟਰੀ ਇਕੱਠੇ ਐਕਸਪਲੋਰ ਕਰਾਂਗਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ। ਇਕੱਠੇ ਕਰਨੇ ਪੈਣੇ, ਹਾਂਜੀ, ਬਹੁਤ ਈਜ਼ੀ ਹੈ। ਹਾਂ, ਨਾਲ ਨਾਲ ਤਾਂ ਹੈਗੇ। ਤੇ ਫਿਰ ਆਇਆ ਤੇ ਜ਼ਰੂਰ ਤੁਹਾਨੂੰ ਟੱਚ ਕਰਾਂਗੇ। ਬ੍ਰਿਸਬਨ ਆਇਆ ਜੇ ਹੈਗੇ ਤੈਨੂੰ ਮਿਲ ਜਾਣੇ, ਤੇ ਸਿਡਨੀ ਆਉਂਗਾ ਤਾਂ ਅਸੀਂ ਹੈਗੇ ਆ। ਠੀਕ ਹੈ। ਤੈਨੂੰ ਸਿਡਨੀ 'ਚ ਤਾਂ ਭਰਾਵਾ ਤੇਰੇ ਆਪਣੇ ਹੀ ਬੜੇ ਨੇ। ਹਾਂਜੀ, ਬਹੁਤ ਪਾਕਿਸਤਾਨ ਲਾਹੌਰ ਦੇ ਬੜੇ ਭਰੇ ਨੇ, ਬ੍ਰਿਸਬਨ 'ਚ ਵੀ ਕਾਫੀ ਨੇ, ਪਰ ਲਾਹੌਰ ਸਿਡਨੀ 'ਚ ਜ਼ਿਆਦਾ ਨੇ। ਬਹੁਤ ਜ਼ਿਆਦਾ ਸਿਡਨੀ 'ਚ ਬ੍ਰਿਸਬਨ ਪਾਕਿਸਤਾਨੀ ਵੀ ਹੈਗੇ ਨੇ। ਬਹੁਤ ਜ਼ਿਆਦਾ ਨੇ। ਬ੍ਰਿਸਬਨ 'ਚ ਘੱਟ ਨਹੀਂ, ਪਰ ਸਿਡਨੀ 'ਚ ਪਾਕਿਸਤਾਨੀ ਪੰਜਾਬੀ ਬਹੁਤ ਕਮਿਊਨਿਟੀ ਹੈ। ਹਾਂ, ਓਕੇ ਜੀ, ਅੱਲਾ ਦੇ ਵਾਲੇ, ਰੱਬ ਦੇ ਵਾਲੇ, ਰੱਬ ਸੋਨੇ ਦੇ ਵਾਲੇ। ਠੀਕ ਹੈ ਭਾਜੀ, ਬਾਏ ਬਾਏ, ਟੇਕ ਕੇਅਰ। ਲੋ ਦੋਸਤੋ, ਉਮੀਦ ਤੋਂ ਵੱਧ ਹੀ ਜਿਹੜਾ ਨਾ ਕਿ ਅੱਛਾ ਲੱਗਿਆ। ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਮੇਰਾ, ਬੜਾ ਮਜ਼ਾ ਆਇਆ। ਤੇ ਉਤੋਂ ਤੁਹਾਨੂੰ ਪਤਾ ਹੈ ਕਿ ਮੈਨੂੰ ਏਜਡ ਲੋਕ ਜਿਹੜੇ ਨੇ ਵੈਸੇ ਹੀ ਬਹੁਤ ਜ਼ਿਆਦਾ ਪਸੰਦ ਨੇ। ਪੂਰੀ ਜ਼ਿੰਦਗੀ ਦੀ ਖੁਸ਼ਬੂ ਆਉਂਦੀ ਉਹਨਾਂ ਕੋਲੋਂ। ਬਹੁਤ ਚੀਜ਼ਾਂ ਉਹ ਨਾ ਵੀ ਕੁਝ ਬੋਲਣ ਤੇ ਫਿਰ ਵੀ ਸਿੱਖਣ ਨੂੰ ਮਿਲਦੀਆਂ ਨੇ। ਇੱਥੇ ਨਾ ਬੋਟਸ ਦੇ ਵਿੱਚ ਅਸੀਂ ਫਿਰਦੇ ਰਹੇ ਹਾਂ। ਹੁਣ ਅਸੀਂ ਘਰ ਵੱਲ ਵਾਪਸ ਜਾ ਰਹੇ ਹਾਂ। ਹਾਂ ਯਾਰ, ਮਜ਼ਾ ਆ ਗਿਆ ਵੈਸੇ ਹੈ ਪੰਜਾਬੀਆਂ ਨੂੰ ਮਿਲ ਕੇ, ਕਸਮੇ ਚਸ ਆ ਗਈ ਹੈ। ਸਹੀ ਹੈ, ਬਿਹਤਰੀਨ ਰਿਹਾ ਦਿਨ। ਅਸੀਂ ਥੋੜੀ ਦੇਰ ਹੁਣ ਇੱਥੇ ਵੈਸੇ ਬੈਠੇ ਹਾਂ। ਜ਼ਰਾ ਬੋਲ ਕੇ ਮੈਂ ਥੱਕ ਗਿਆ, ਬੜਾ ਬੋਲਿਆ ਮੈਂ ਉਹਨਾਂ ਨਾਲ, ਇੰਨਾ ਦਿਲ ਖੋਲ ਕੇ ਬੋਲਿਆ। ਮੇਰੇ ਹਾਲੇ ਜਾਪਾਨ ਦੇ ਵਿੱਚ ਮੈਂ ਇੰਨੀ ਜ਼ਬਾਨੀ ਕਦੀ ਇਕੱਠੀ ਕਿਧਰੇ ਵੀ ਨਹੀਂ ਬੋਲੀ, ਕਦੀ ਮੌਕਾ ਹੀ ਨਹੀਂ ਐਸਾ ਆਇਆ। ਤੇ ਇੱਥੇ ਇੰਝ ਲੱਗਾ ਜਿਵੇਂ ਕਿ ਨਾ ਅਸੀਂ ਪੰਜਾਬ ਦੇ ਵਿੱਚ ਇਕੱਠੇ ਹੋ ਗਏ ਹਾਂ। ਬਾਕੀ ਮੈਂ ਇੰਸ਼ਾਅੱਲਾ ਪਾਕਿਸਤਾਨ ਆ ਰਿਹਾ ਵਾਂ, ਤੇ ਜਿਹੜੇ ਖਾਸ ਤੌਰ ਤੇ ਪੰਜਾਬੀ ਤੇ ਕੰਮ ਕਰ ਰਹੇ ਨੇ, ਕ੍ਰੀਏਟਰਸ ਨੇ, ਪੰਜਾਬੀ 'ਚ ਵੀਡੀਓਜ਼ ਬਣਾਉਂਦੇ ਨੇ, ਕੁਝ ਲੋਕਾਂ ਨੂੰ ਮੈਂ ਖੁਦ ਮਿਲਣਾ ਚਾਹੁੰਦਾ, ਜਿਹਦੇ 'ਚ ਅੰਜਮ ਸਰੋਇਆ ਸਾਹਿਬ ਨੇ,
ਇੱਕ ਹੋਰ ਨੇ ਆਪਣੇ ਭਾਈ ਨਾਸਰ ਢਿੱਲੋਂ ਔਰ ਉਸ ਤੋਂ ਬਾਅਦ ਇੱਕ ਹੋਰ ਭਾਈ ਨੇ ਆਪਣੇ ਜਵੇਦ ਖਾਲਿਕ ਭਾਈ, ਉਹਨਾਂ ਨਾਲ ਮਿਲਣਾ ਹੈ। ਔਰ ਵੀ ਮੇਰੇ ਜ਼ਿਹਨ 'ਚ ਹੈਲੇ ਆ ਰਹੇ ਨੇ, ਮੈਂ ਲਿਖ ਰਿਹਾ ਵਾਂ ਨਾ, ਤੇ ਮੈਂ ਜਿਨ੍ਹਾਂ ਨਾਲ ਮੈਂ ਮਿਲਣਾ ਚਾਹੁੰਦਾ ਵਾਂ, ਮਿਲਣ ਦੀ ਕੋਸ਼ਿਸ਼ ਕਰਾਂਗਾ, ਮੈਨੂੰ ਮਿਲ ਕੇ ਖੁਸ਼ੀ ਹੋਏਗੀ। ਇੱਕ ਹੋਰ ਕਾਮਨ ਕੁਐਸਚਨ ਹੈ, ਕਾਫੀ ਲੋਕਾਂ ਨੇ ਪੁੱਛਿਆ ਲੇਕਿਨ ਮੈਂ ਜਵਾਬ ਦੇਣਾ ਭੁੱਲ ਗਿਆ ਉਹਨਾਂ ਨੂੰ, ਵੀਡੀਓ 'ਚ ਜਵਾਬ ਦੇ ਰਿਹਾ ਵਾਂ ਕਿ ਬਹੁਤ ਜ਼ਿਆਦਾ ਇੱਥੇ ਸਾਇਲੈਂਸ ਹੈ, ਜੈਪਨੀਜ਼ ਬਹੁਤ ਜ਼ਿਆਦਾ ਖਾਮੋਸ਼ ਕਿਉਂ ਨੇ, ਬੋਲਦੇ ਕਿਉਂ ਨਹੀਂ। ਬਸ ਇਹ ਸਭ ਤੋਂ ਪਹਿਲੇ ਤੇ ਇਹ ਚੀਜ਼ ਇੱਕ ਕਲਚਰ ਦਾ ਪਾਰਟ ਹੈ, ਔਰ ਦੂਸਰਾ ਇਹ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਸਮਝੋ ਕਿ ਇਹ ਜਾਪਾਨ ਦੇ ਕਲਚਰ ਦੀ ਬੇਸ ਹੈ ਸਾਇਲੈਂਸ ਨਾ। ਮਤਲਬ ਇਹ ਕਿ ਜਿੰਨਾ ਜ਼ਿਆਦਾ ਤੁਸੀਂ ਖਾਮੋਸ਼ ਰਹੋਗੇ, ਈਵਨ ਕਿ ਸਾਡੇ ਰਿਲੀਜਨ ਦੇ ਵਿੱਚ ਮਤਲਬ ਇਹ ਕਿ ਐਜ਼ ਅ ਮੁਸਲਿਮ ਸਾਨੂੰ ਇਹ ਦੱਸਿਆ ਗਿਆ ਕਿ ਖਾਮੋਸ਼ੀ ਵੀ ਇੱਕ ਇਬਾਦਤ ਹੈ, ਤੇ ਜਿੰਨਾ ਖਾਮੋਸ਼ ਰਹੋਗੇ ਉਹਨਾਂ ਤੁਸੀਂ ਚੀਜ਼ਾਂ ਨੂੰ ਸਿੱਖੋਗੇ, ਉਹਨਾਂ ਚੀਜ਼ਾਂ ਨੂੰ ਜਾਣ ਪਾਓਗੇ। ਤੇ ਮੇਰੇ ਖਿਆਲ 'ਚ ਜਾਪਾਨ ਦੇ ਕਲਚਰ ਦੀ ਇੱਕ ਬੇਸ ਹੈ, ਇਹਦੇ ਵਿੱਚ ਕੋਈ ਨੈਗੇਟਿਵ ਚੀਜ਼ ਨਹੀਂ ਹੈ, ਸਿਰਫ ਲਾਈਕ ਕਲਚਰ ਸ਼ੌਕ ਹੈ ਜਿਹੜਾ ਅਸੀਂ ਸੋਚਦੇ ਹਾਂ ਕਿ ਯਾਰ ਇਹ ਬੜੇ ਖਾਮੋਸ਼ ਨੇ। ਅਦਰਵਾਈਜ਼ ਜਿੰਨਾ ਤੁਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰੋਗੇ, ਇਹਨੂੰ ਸਮਝੋਗੇ, ਤੁਹਾਨੂੰ ਕੁਝ ਚੀਜ਼ਾਂ ਅੱਛੀਆਂ ਲੱਗਣਗੀਆਂ, ਕੁਝ ਚੀਜ਼ਾਂ ਹੈਰਾਨ ਕਰਨਗੀਆਂ, ਕੁਝ ਚੀਜ਼ਾਂ ਬੁਰੀਆਂ ਲੱਗਣਗੀਆਂ, ਤੇ ਦੈਟਸ ਦਾ ਆਨਸਰ। ਅੱਜ ਦਾ ਵਲੌਗ ਉਮੀਦ ਕਰਨਾ ਤੁਹਾਨੂੰ ਪਸੰਦ ਆਇਆ ਹੋਏਗਾ, ਤੇ ਇਜਾਜ਼ਤ ਦਿਓ ਮੈਨੂੰ ਤੇ ਮੇਰੇ ਭਾਈ ਨੂੰ, ਅਸੀਂ ਹੁਣ ਘਰ ਜਾਂਦੇ ਹਾਂ, ਤੇ ਉਮੀਦ ਕਰਨਾ ਵਾ ਦੁਬਾਰਾ ਤੁਹਾਨੂੰ ਕਿਸੇ ਮਜ਼ੀਦ ਇਸ ਤੋਂ ਅੱਛੇ ਵਲੌਗ 'ਚ ਮਿਲਾਂਗਾ। ਆਪਣਾ ਖਿਆਲ ਰੱਖਣਾ, ਹੱਸਦੇ ਰਹੋ, ਵਸਦੇ ਰਹੋ, ਹੱਸਦਾ ਰਹੇ ਪੰਜਾਬ, ਵਸਦਾ ਰਹੇ ਪੰਜਾਬ। ਅੱਲਾ ਦੇ ਵਾਲੇ, ਰੱਬ ਰਾਖਾ।